ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਇਸ ਮੌਕੇ ਜਦੋਂ ਕਰੋਨਾ ਨੂੰ ਲੈ ਕੇ ਚਰਚਾ ਹੋਵੇ, ਜਦੋਂ ਅਮਰੀਕਾ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਟਰੰਪ ਦੀ ਉੱਥੇ ਦੇ ਰਾਸ਼ਟਰਪਤੀ ਚਰਚਾ ਹੋਵੇ ਕਿ ਟੱਬਰ ਸਣੇ ਭੋਰੇ 'ਚ ਵੜ ਗਿਆ ਤੇ ਉਸ ਦੌਰਾਨ ਉੱਥੇ ਪ੍ਰਦਰਸ਼ਨਾਂ ਦੀ ਚਰਚਾ ਦੁਨੀਆ ਭਰ 'ਚ ਹੋ ਰਹੀ ਹੋਵੇ, ਤਾਂ ਅਚਾਨਕ ਪੰਜਾਬ ਦੇ ਐਕਸਪ੍ਰੈਸ ਵੇ ਦਾ ਫਿਰ ਤੋਂ ਚਰਚਾ 'ਚ ਆਉਣਾ। ਬਿਲਕੁਲ ਜੀ, ਮੈਂ ਪੰਜਾਬ ਦਾ ਐਕਸਪ੍ਰੈਸ ਵੇ ਇਸ ਲਈ ਕਹਿ ਰਿਹਾ ਕਿ ਅਸਲ ਦੇ ਵਿੱਚ ਉਹ ਅੰਮ੍ਰਿਤਸਰ ਦਿੱਲੀ ਐਕਸਪ੍ਰੈਸ ਵੇ ਹੀ ਸੀ, ਪਰ ਅਚਾਨਕ ਉਹਦੇ ਵਿੱਚ ਕਟੜਾ ਜੋੜ ਦਿੱਤਾ ਗਿਆ ਬਾਅਦ 'ਚੋਂ, ਤੇ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਮਨਫੀ ਹੋਣ ਲੱਗਾ। ਸੋ ਇਸ ਤੇ ਲੈ ਕੇ ਸਿਆਸਤ ਵੀ ਸ਼ੁਰੂ ਹੋਈ, ਕੇਂਦਰ ਤੱਕ ਪਹੁੰਚ ਵੀ ਸ਼ੁਰੂ ਹੋਈ, ਤੇ ਆਖਰ ਕੱਲ੍ਹ ਜਾ ਕੇ ਮੁੜ ਕੇ ਸਪਸ਼ਟ ਹੋਇਆ, ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ, ਪੰਜਾਬ ਤੋਂ ਮੰਤਰੀ, ਕੇਂਦਰੀ ਮੰਤਰੀ ਵੀ, ਪੰਜਾਬ ਦੇ MP ਵੀ, ਉਹਨਾਂ ਸਾਰਿਆਂ ਨੇ, ਰਾਜ ਸਭਾ ਮੈਂਬਰ ਵੀ, ਸਾਰਿਆਂ ਨੇ ਨਿਤਿਨ ਗਡਕਰੀ ਨਾਲ ਜਦੋਂ ਕੁਝ ਨੇ ਵੀਡੀਓ ਕਾਨਫਰੰਸਿੰਗ, ਕੁਝ ਨੇ ਆਮੋ ਸਾਹਮਣੇ ਬੈਠ ਕੇ ਬੈਠਕ ਕੀਤੀ, ਤਾਂ ਸਾਫ਼ ਹੋ ਗਿਆ ਕਿ ਲਓ ਜੀ ਹੁਣ ਇਹ ਅੰਮ੍ਰਿਤਸਰ 'ਚੋਂ ਵੀ ਲੰਘੇਗਾ ਤੇ ਪੰਜਾਬ ਦੇ ਪ੍ਰਮੁੱਖ 5 ਪਵਿੱਤਰ ਨਗਰਾਂ 'ਚੋਂ ਵੀ ਲੰਘੇਗਾ, ਜਿੱਥੇ ਗੁਰੂ ਸਾਹਿਬ ਦੀਆਂ ਚਰਨ ਛੋਹ ਪ੍ਰਾਪਤ ਨੇ, ਉਹਨਾਂ ਧਰਤੀਆਂ ਤੋਂ ਵੀ ਲੰਘੇਗਾ। ਸੋ ਇਸ ਐਕਸਪ੍ਰੈਸ ਵੇ ਨਾਲ ਕਿੰਨਾ ਕੁ ਸ਼ਰਧਾਲੂਆਂ ਨੂੰ ਫਾਇਦਾ ਹੋਣਾ, ਕਿੰਨਾ ਕੁ ਟੂਰਿਸਟ ਨੂੰ ਫਾਇਦਾ ਹੋਣਾ, ਕਿੰਨਾ ਕੁ ਪੰਜਾਬ ਨੂੰ ਫਾਇਦਾ ਹੋਣਾ, ਇਹ ਸਾਰੇ ਮਸਲੇ ਤੇ ਕਿੱਥੇ ਇਹਦਾ ਜਨਤਾ ਦੀ ਜੇਬ ਤੇ ਮਤਲਬ ਕਿ ਨੁਕਸਾਨ ਵੀ ਹੋਣਾ, ਉਹਨਾਂ ਸਾਰੇ ਮਸਲਿਆਂ 'ਤੇ ਅੱਜ ਚਰਚਾ ਕਰਾਂਗੇ। ਇਸ ਮਸਲੇ 'ਤੇ ਗੌਰ ਕਰਨ ਲਈ, ਗੱਲਬਾਤ ਕਰਨ ਲਈ, ਚਰਚਾ ਕਰਨ ਲਈ ਸਾਡੇ ਨਾਲ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਸਰਜੀਤ ਧਾਲੀਵਾਲ ਜੀ ਮੌਜੂਦ ਨੇ। ਧਾਲੀਵਾਲ ਸਾਹਿਬ, ਸਵਾਗਤ ਹੈ। ਭਾਜੀ, ਪਹਿਲਾਂ ਇਸ ਦਾ ਨਾਂ ਹੀ ਇਹੀ ਸੀਗਾ ਕਿ ਦਿੱਲੀ ਤੋਂ ਅੰਮ੍ਰਿਤਸਰ ਐਕਸਪ੍ਰੈਸ ਵੇ, ਫਿਰ ਕਹਿੰਦੇ ਬਾਅਦ 'ਚੋਂ ਵਧਾ ਕੇ ਕਟੜੇ ਤੱਕ ਲੈ ਗਏ, ਤੇ ਜਦੋਂ ਕਟੜੇ ਤੱਕ ਲੈ ਕੇ ਗਏ ਉਸ ਤੋਂ ਬਾਅਦ ਅਚਾਨਕ ਅੰਮ੍ਰਿਤਸਰ ਵਿੱਚੋਂ ਮਨਫੀ ਹੋਣ ਲੱਗਾ। ਫਿਰ ਚਰਚਾ ਇਹ ਵੀ ਚੱਲੀ ਕਿ ਇਹਦੇ ਪਿੱਛੇ ਜੀ ਬਠਿੰਡੇ ਵਾਲੇ ਨੇ, ਕਿ ਉਹ ਕਹਿੰਦੇ ਬਠਿੰਡੇ 'ਚੋਂ ਲੰਘ ਜਾਵੇ ਅੰਮ੍ਰਿਤਸਰ 'ਚ ਰਹਿ ਜਾਵੇ। ਫਿਰ ਚਰਚਾ ਇਹ ਵੀ ਚੱਲੀ ਕਿ ਪਟਿਆਲੇ ਵਾਲਾ ਰਾਜਾ ਵੀ ਹੈ ਜੀ, ਕਹਿੰਦੇ ਕਿ ਉਹ ਕਹਿੰਦਾ ਕਿ ਸਾਡੇ ਇਲਾਕੇ 'ਚੋਂ ਹੀ ਲੰਘੇ ਅੰਮ੍ਰਿਤਸਰ 'ਚ ਰਹਿ ਜਾਵੇ। ਇਹ ਸਾਰੇ ਮਸਲਿਆਂ 'ਚ ਕਹਿੰਦੇ ਲੀਡਰ ਆਪਣੇ ਆਪਣੇ ਹਲਕਿਆਂ 'ਚੋਂ ਜ਼ੋਰ ਲਾਉਣ ਲੱਗੇ, ਪਰ ਉਹ 'ਚ ਅੰਮ੍ਰਿਤਸਰ ਕਿਤੇ ਮਨਫੀ ਹੁੰਦਾ ਲੱਗਾ। ਪਰ ਜਦੋਂ ਜਥੇਦਾਰ ਸਾਹਿਬ ਦੀ ਅਪੀਲ ਆਉਂਦੀ ਆ, ਪੰਜਾਬ ਦੀ ਸੰਗਤਾਂ ਦੀ ਅਪੀਲ ਆਉਂਦੀ ਆ, ਰਾਜਨੀਤਿਕ ਧਿਰਾਂ ਨੂੰ ਲੱਗਦਾ ਕਿ ਹੁਣ ਇਹ ਸ਼ਰਮਸਾਰ ਕਰਨ ਵਾਲੀ ਗੱਲ ਆ, ਫਿਰ ਕਹਿੰਦੇ ਦਿੱਲੀ ਵੱਲ ਨੂੰ ਭੱਜੇ ਕਿ ਨਹੀਂ ਜੀ ਮੋੜ ਦੋ ਮਾੜਾ ਜਿਹਾ ਅੰਮ੍ਰਿਤਸਰ ਕੰਨੀ ਨੂੰ। ਤੁਹਾਨੂੰ ਕੀ ਲੱਗਦਾ ਕਿ ਉਸ ਦੌਰ ਤੋਂ ਲੈ ਕੇ ਕੱਲ੍ਹ ਦੀ ਬੈਠਕ ਤੱਕ ਕਿੰਨੀ ਕੁ 'ਚ ਰਾਜਨੀਤੀ ਸੀ, ਕਿੰਨੀ ਕੁ ਇਹਦੇ ਵਿੱਚ ਸ਼ਰਧਾ ਸੀ? ਰਾਜਨੀਤੀ ਹਲੇ ਖਤਮ ਨਹੀਂ ਹੋਈ ਜੀ, ਰਾਜਨੀਤੀ ਹਜੇ ਵੀ ਜਾਰੀ ਹੈ। ਜੇ ਕੱਲ ਤੁਸੀਂ ਕੱਲ ਦੀਆਂ ਘਟਨਾਵਾਂ ਦੇਖੋ, ਉਦੋਂ ਪਹਿਲਾਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਨਾਲ ਦੀ ਨਾਲ ਇੱਕ ਗ੍ਰਾਫ ਆ ਗਿਆ ਬਣ ਕੇ ਕਿ ਜੀ ਇਹ ਹਾਈਵੇ ਇੱਥੋਂ ਦੀ ਜਾਏਗਾ, ਐਂ ਜਾਣਾ, ਜਿਵੇਂ ਅਸੀਂ ਕਿਹਾ ਸੀ ਉਵੇਂ ਜਾਏਗਾ। ਉਹਨਾਂ ਨੇ ਪੂਰਾ ਇੱਕ ਗ੍ਰਾਫ ਬਣਾਇਆ, ਨਕਸ਼ਾ ਬਣਾਇਆ, ਫਿਰ ਸਾਰੇ ਸ਼ਹਿਰਾਂ ਦੀ ਨਾਲ ਤਫਸੀਲ ਦਿੱਤੀ, ਮਤਲਬ ਪੂਰਾ ਡਿਟੇਲ ਦਿੱਤੀ, ਨਾਲ ਉਹਨੇ ਦੱਸਿਆ ਵੀ ਇੱਕ ਚੱਕ ਸਰਕਲ ਲਾ ਕੇ ਇੱਥੋਂ ਜਾਏਗਾ। ਨਾਲ ਫਿਰ ਉਹਨੇ ਬੜੀ ਇੱਕ ਹੱਥ ਜੋੜ ਕੇ ਬੇਨਤੀ ਵੀ ਕੀਤੀ, ਬੜਾ ਅਸੀਂ ਧੰਨਵਾਦ ਕੇਂਦਰ ਸਰਕਾਰ ਦਾ ਕਰਦੇ ਹਾਂ। ਨਾਲ ਦੀ ਨਾਲ ਥੋੜੀ ਦੇਰ ਉਹਨਾਂ ਦਾ ਨਕਸ਼ਾ ਪਹਿਲਾਂ ਆਇਆ ਸੀ ਬੀਬੀ ਹਰਸਿਮਰਤ ਕੌਰ ਬਾਦਲ ਦਾ, ਥੋੜੀ ਦੇਰ ਬਾਅਦ ਹੀ ਕੀ ਸਰਕਾਰ ਦਾ ਪ੍ਰੈਸ ਨੋਟ ਆ ਗਿਆ। ਉਹ ਸਰਕਾਰ ਨੇ ਪ੍ਰੈਸ ਨੋਟ 'ਚ ਕਿਹਾ ਸੀ ਵੀ ਸਾਡੀ ਗੱਲ ਮੰਨ ਲਈ, ਅਸੀਂ ਬਾਰ-ਬਾਰ ਪਹੁੰਚ ਗਏ। ਉਹ ਪਹਿਲਾਂ ਕਹਿੰਦੇ ਵੀ ਭੂਰੇ ਰੰਗ ਦਾ ਹਾਈਵੇ ਸੀਗਾ, ਹੁਣ ਹਰੇ ਰੰਗ ਦਾ ਹੋਏਗਾ, ਬਰਾਊਨ ਕਹਿੰਦਾ ਹਾਈਵੇ ਸੀ ਪਹਿਲਾਂ ਉਹਦਾ ਨਾਂ, ਹੁਣ ਇਹ ਗ੍ਰੀਨ ਫੀਲਡ ਹਾਈਵੇ ਹੋਏਗਾ। ਕੁਛ ਏਰੀਆ ਪੰਜਾਬ ਦਾ ਸਾਰਾ ਗ੍ਰੀਨ ਹੋਏਗਾ, ਗ੍ਰੀਨ ਹੋਏਗਾ। ਉਹਦਾ ਨਾਂ ਹੀ ਇੱਕ ਚੇਂਜ ਕਰਤਾ। ਅੱਜ ਕੱਲ੍ਹ ਇੱਕ ਬੜਾ ਰਿਵਾਜ ਆ ਚੱਲਿਆ ਸਾਰੀ ਦੁਨੀਆ ਤੇ, ਗ੍ਰੀਨ ਫੀਲਡ ਏਅਰਪੋਰਟ, ਗ੍ਰੀਨ ਫੀਲਡ ਹਾਈਵੇ, ਇਹ ਇੱਕ ਨਵੀਂ ਜੀ ਚੱਲ ਪਈ ਹੈ ਗੱਲ। এনवायरमेंट ਥੋੜਾ ਲੋਕਾਂ ਦੇ ਮਨਾਂ ਵਿੱਚ, ਏਸੀ ਵਾਲੇ ਰਿਮੋਟ 'ਚ ਵੀ ਬਟਨ ਹੈ, ਉਹ 'ਚ ਵੀ ਗ੍ਰੀਨ ਹੈ। ਮਤਲਬ ਹਰੇਕ ਚੀਜ਼ ਨੂੰ ਗ੍ਰੀਨ ਨਾਲ ਜੋੜਿਆ ਜਾ ਰਿਹਾ, ਟੈਕਨੋਲੋਜੀ ਨੂੰ ਵੀ ਜੋੜਿਆ ਜਾ ਰਿਹਾ। ਸੋ ਕੱਲ ਪੂਰੀ ਦਿਨ ਸਿਆਸਤ ਭਖੀ ਰਹੀ, ਉਧਰੋਂ ਦੋਨਾਂ ਪਾਸੋਂ ਦਾਅਵੇ ਤੇ ਪਰਸਪਰ ਦਾਅਵੇ ਜਿਹੜੇ ਹੈਗੇ ਉਹ ਆਉਂਦੇ ਰਹੇ ਦੋਨਾਂ ਧਿਰਾਂ ਵੱਲੋਂ। ਬਿਲਕੁਲ, ਪਰ ਵਧੀਆ ਗੱਲ ਇਹ ਹੈ ਕਿ ਚਲੋ ਘੱਟੋ ਘੱਟ ਇਹ ਪ੍ਰੋਜੈਕਟ ਜਿਹੜਾ ਹੈਗਾ ਉਹ ਤਾਂ ਅਨਾਉਂਸ ਹੋ ਗਿਆ। ਪਰ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜੁੜੀਆਂ ਹੈ, ਜਦੋਂ ਕਿ ਲੋਕਾਂ ਨੂੰ ਸਾਰੀ ਅਸਲੀਅਤ ਦਾ ਪਤਾ ਲੱਗੇਗਾ ਤਾਂ ਹੋ ਸਕਦਾ ਲੋਕਾਂ ਨੇ ਕਿਹਾ ਵੀ ਇਹਦੇ ਨਾਲ ਤਾਂ ਐਵੇਂ ਹੀ ਚੰਗੇ ਸੀ। ਅੱਛਾ ਜੀ, ਹਾਂਜੀ। ਉਹਦਾ ਕਾਰਨ ਇਹ ਹੈਗਾ ਕਿ ਇਹ ਜਿਹੜੇ ਹਾਈਵੇ ਨਵੇਂ ਬਣ ਰਹੇ ਨੇ, ਹਾਂਜੀ, ਇਹ ਪੇਮੈਂਟ ਮਾਡਲ ਤੇ ਬਣ ਰਹੇ ਨੇ। ਅੱਛਾ, ਮਤਲਬ ਇਹ ਹਾਈਵੇ ਮੁਫਤ ਨਹੀਂ ਹੋਣਗੇ, ਇਹ ਫ੍ਰੀ ਨਹੀਂ ਹੋਣਗੇ। ਇਹ ਇੱਕ ਅਮਰੀਕਨ ਮਾਡਲ ਕਹਿ ਲਓ ਜਾਂ ਗੁਰੂ ਘਰ ਜਾਣ ਲਈ ਵੀ ਸਾਨੂੰ ਇੱਕ ਜੁਰਮਾਨਾ ਦੇ ਕੇ ਜਾਣਾ ਪਊ। ਬਿਲਕੁਲ। ਅਸੀਂ ਇਤਿਹਾਸ ਵਿੱਚ ਬਹੁਤ ਸਾਰੇ ਪੁਰਾਣੇ ਰਾਜੇ ਮਹਾਰਾਜਿਆਂ ਨੂੰ ਇਸ ਕਰਕੇ ਕ੍ਰਿਟਿਸਾਈਜ਼ ਕਰਦੇ ਹਾਂ ਕਿ ਜੀ ਉਹਨਾਂ ਨੇ ਧਾਰਮਿਕ ਸਥਾਨਾਂ ਤੇ ਟੈਕਸ ਲਾਤਾ ਸੀਗਾ, ਜਜ਼ੀਆ ਲਾਏ ਜੀ ਲੋਕਾਂ ਤੋਂ, ਬਿਲਕੁਲ ਕੋਈ ਹੋਰ ਲਾਤਾ ਸੀਗਾ। ਪਰ ਉਦੋਂ ਵੀ ਇਸ ਤਰ੍ਹਾਂ ਉਹਨਾਂ ਨੇ ਹੋ ਸਕਦਾ ਕਿ ਆਮਦਨ ਦੇ ਸਾਧਨ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੁਛ ਹੋਵੇ, ਪਰ ਮੈਨੂੰ ਲੱਗਦਾ ਕਿ ਇਹ ਮੁਫਤ ਹੋਣਾ ਚਾਹੀਦਾ ਹੈ। ਇਹ ਹੁਣ ਜੇ ਦਿੱਲੀ ਤੋਂ ਚੱਲੋਗੇ ਤੇ ਜੇ ਪੰਜਾਬ ਤੱਕ ਪਹੁੰਚੇਗਾ ਬੰਦਾ, ਤਾਂ ਉਹਦੇ ਘੱਟੋ ਘੱਟ 500-600 ਰੁਪਇਆ ਘੱਟੋ ਘੱਟ ਦਾ ਆਉਣ ਜਾਣ ਤੇ ਲੱਗੇਗਾ। ਮਤਲਬ ਜਿਹੜਾ ਜੇ ਉਹ ਵੈਸੇ ਏਸੀ ਬੱਸ 'ਚ ਬੈਠੇ ਤਾਂ ਉਨੇ ਕੇ ਹਿਸਾਬ ਨਾਲ ਉਹ ਵੈਸੇ ਪਹੁੰਚ ਸਕਦਾ, ਹਾਲਾਂਕਿ ਟਿਕਟ ਤੇ ਵੀ ਪੈਸੇ ਲੱਗਣਗੇ। ਦਿੱਲੀ ਤੋਂ ਅੰਮ੍ਰਿਤਸਰ 500 ਕਿਲੋਮੀਟਰ ਦਾ ਫਾਸਲਾ ਤਕਰੀਬਨ। ਜੇ ਕਹਿੰਦੇ ਵੀ ਆਪਾਂ ਜੇ ਦਿੱਲੀ ਤੋਂ ਅੰਮ੍ਰਿਤਸਰ ਆਉਣਾ ਹੋਵੇ ਤਾਂ 8.5 ਘੰਟੇ 9 ਘੰਟੇ ਜੇ ਨਾਨ ਸਟਾਪ ਜਮਾ ਆਪਾਂ ਜਰਨੀ ਕਰਨੀ ਹੋਵੇ ਤਾਂ ਲੱਗਦੇ ਨੇ।
ਪਰ ਇਹ ਕਹਿੰਦੇ ਵੀ 4 ਘੰਟੇ ਤੁਸੀਂ ਪਹੁੰਚ ਸਕੋਗੇ। ਠੀਕ ਹੈ ਜੀ। 6 ਲੇਨ ਹੋਏਗਾ ਹਾਈਵੇ। ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਇਹ 500-600 ਕਰੋੜ 500-600 ਰੁਪਇਆ ਹਰ ਬੰਦੇ ਦੀ ਜੇਬ ਚੋਂ ਜਾਏਗਾ ਰੋਜ਼ਾਨਾ, ਉਹ ਇੱਕ ਬਹੁਤ ਮਤਲਬ ਵੀ ਕਹਿੰਦਾ ਵੱਡਾ ਅਮਾਉਂਟ ਹੋਏਗਾ। ਜੇ ਫਰਜ਼ ਕਰੋ 30-40 ਹਜ਼ਾਰ ਬੰਦਾ ਉੱਥੋਂ ਸਰ ਟਰੈਵਲ ਕਰਦਾ ਤਾਂ ਕਿੰਨੇ ਕਰੋੜ ਰੁਪਇਆ ਆਊਟ ਬਣ ਜਾਏਗਾ। ਉਹ ਆਮ ਲੋਕਾਂ ਦੀ ਜੇਬ 'ਚ ਜਾਏਗਾ। ਇੱਕ ਡਿਵੈਲਪਮੈਂਟ ਦਾ ਮਾਡਲ, ਜਿਹੜਾ ਵਿਕਾਸ ਦਾ ਮਾਡਲ ਸਾਡੀ ਗਵਰਨਮੈਂਟ ਅਡਾਪਟ ਕਰ ਰਹੀ ਹੈ, ਅਪਣਾ ਰਹੀ ਹੈ, ਉਹ ਬਹੁਤ ਮੈਨੂੰ ਲੱਗਦਾ ਗਲਤ ਲੱਗਦਾ। ਪਹਿਲਾਂ ਹੀ ਪੰਜਾਬ 'ਚ 25-30 ਇਸ ਤਰ੍ਹਾਂ ਦੇ ਟੋਲ ਲੱਗੇ ਹੋਏ ਨੇ, ਜਿਨ੍ਹਾਂ ਕਿ ਲੋਕਾਂ ਤੋਂ 300-400 ਰੁਪਏ, ਜੇ ਅੰਮ੍ਰਿਤਸਰ ਤੋਂ ਵੀ ਚੰਡੀਗੜ੍ਹ ਆਉਣਾ ਹੋਵੇ। ਹਾਂ, ਨਹੀਂ ਉਹ ਨਵੇਂ ਆਉਣਾ ਤਿਆਰ ਨੇ ਇੱਧਰ, ਜੇ ਜਲੰਧਰ ਵਾਲੇ ਪਾਸੇ ਨੂੰ ਜਾਣਾ ਹੋਵੇ ਚੰਡੀਗੜ੍ਹ ਤੋਂ, ਤਾਂ ਵੀ ਚੰਡੀਗੜ੍ਹ ਤੋਂ ਨਵਾਂ ਸ਼ਹਿਰ ਬੰਗੇ ਵਾਲੇ ਹੋਰ ਲੱਗ ਰਹੇ ਨੇ, ਲੁਧਿਆਣੇ ਵਾਲੇ ਪਾਸੇ ਚਾਲੂ ਹੋ ਗਏ ਜੀ। ਬਿਲਕੁਲ, ਉਹਦੇ ਵੀ ਪੈਸੇ ਬਹੁਤ ਲੱਗਦੇ ਨੇ ਤੇ ਲੋਕਾਂ ਨੂੰ ਪਿੰਚ ਵੀ ਕਰਦਾ। ਹਾਲਾਂਕਿ ਅਸੀਂ ਠੀਕ ਹੈ ਕਿ ਅਸੀਂ ਹਲੇ ਹਾਈਵੇ ਨੂੰ ਇੰਜੋਏ ਤਾਂ ਕਰਨਾ ਚਾਹੁੰਦੇ ਹਾਂ, ਪਰ ਸਾਡੇ ਲੋਕਾਂ ਕੋਲ ਇੰਨਾ ਪੈਸਾ ਵਾਧੂ ਵੀ ਹੈ ਨਹੀਂ। ਕਾਰਾਂ ਕਿਸ਼ਤਾਂ ਤੇ ਲੈ ਕੇ ਮੁਲਾਜ਼ਮ ਲੋਕ ਕਿਸ਼ਤਾਂ ਤੇ ਕਾਰਾਂ ਲੈ ਲੈਂਦੇ ਨੇ, ਹੋਰ ਲੈ ਲੈਂਦੇ ਨੇ, ਫਰਿੱਜ ਕਿਸ਼ਤਾਂ ਤੇ ਲੈ ਲੈਂਦੇ ਨੇ। ਤਾਂ ਇਹ ਲੋਕਾਂ ਨੂੰ ਦੁੱਖ, ਮਤਲਬ ਇਹਦਾ ਦੁੱਖ ਪਹੁੰਚੇਗਾ। ਜਦੋਂ ਤੱਕ ਤੁਸੀਂ ਗੱਲ ਕਹਿੰਦੇ ਕਿ ਬਠਿੰਡੇ ਵਿੱਚ ਦੀ ਆਉਣ ਦੀ ਸਲਾਹ ਸੀਗੀ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕੋਸ਼ਿਸ਼ ਕੀਤੀ ਜਾ ਸੀ ਕਿ ਖਨੌਰੀ ਦਾ ਏਰੀਆ ਹੈਗਾ, ਸੰਗਰੂਰ ਦੇ ਏਰੀਏ ਤੋਂ, ਮਤਲਬ ਇਹ ਗਾਹਾਂ ਟਹਾਣਾ ਹੈਗਾ, ਟਹਾਣੇ ਤੋਂ ਖਨੌਰੀ ਨੂੰ ਆਉਣਾ ਇਹ, ਤੋਂ ਖਨੌਰੀ ਤੋਂ ਆ ਕੇ ਕਹਿੰਦਾ ਫਿਰ ਇਹ ਇਧਰ ਨੂੰ ਆਪਣਾ ਭਵਾਨੀਗੜ੍ਹ ਤੋਂ ਕਹਿੰਦਾ ਆਪਣਾ ਉਹ ਜਾਏਗਾ ਅੱਗੇ ਨੂੰ, ਸੋ ਲੁਧਿਆਣੇ ਤੋਂ ਅੱਗੇ ਸੁਲਤਾਨਪੁਰ ਲੋਧੀ ਵਗੈਰਾ ਨੂੰ ਜਾਏਗਾ। ਪਹਿਲਾਂ ਇਹ ਸੀਗਾ ਕਿ ਇਹਨੂੰ ਬਠਿੰਡੇ ਦਮਦਮਾ ਸਾਹਿਬ ਲੈ ਜਾਓ, ਵੀ ਉਹ ਵੀ ਇੱਕ ਧਾਰਮਿਕ ਸਥਾਨ ਹੈ, ਉਹ ਵੀ ਜੁੜ ਜੂਗਾ ਨਾਲ। ਬੀਬੀ ਹਰਸਿਮਰਤ ਕੌਰ ਬਾਦਲ ਦਾ ਉਹ ਕੰਸਟੀਚੁਐਂਸੀ ਪੈਂਦੀ ਹੈ ਬਠਿੰਡਾ, ਉਹਨਾਂ ਨੂੰ ਪੋਲੀਟੀਕਲ ਫਾਇਦਾ ਵੀ ਇਹਦਾ ਬਹੁਤ ਵੱਡਾ ਹੋਣਾ ਸੀਗਾ। ਪਹਿਲਾਂ ਬਾਦਲ ਸਾਹਿਬ ਦਾ ਵੀ ਉਹ ਜਿਹੜਾ ਕਰਮ ਖੇਤਰ ਜਾਂ ਕਰਮ ਭੂਮੀ ਉਹੀ ਰਿਹਾ ਹੈਗਾ, ਤੇ ਸੁਖਬੀਰ ਬਾਦਲ ਦੀ ਵੀ ਕਰਮ ਭੂਮੀ ਤਕਰੀਬਨ ਉਹੀ ਹੈਗੀ। ਤੋਂ ਇਸ ਕਰਕੇ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦਾ ਇੱਕ ਬਣੇ ਕਿ ਦਮਦਮਾ ਸਾਹਿਬ ਤੋਂ ਸਿੱਧਾ ਇਹ ਕਹਿੰਦਾ ਸੁਲਤਾਨਪੁਰ ਲੋਧੀ ਨੂੰ ਹੋ ਜੇ, ਸੁਲਤਾਨਪੁਰ ਲੋਧੀ ਤੋਂ ਸਿੱਧਾ ਜਾ ਕੇ ਫਿਰ ਕਹਿੰਦਾ ਖਡੂਰ ਸਾਹਿਬ ਤੋਂ ਨਾਲ ਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਤੋਂ ਅੰਮ੍ਰਿਤਸਰ ਹੋ ਜੇ। ਪਿੱਛੇ ਜੇ ਕੀ ਸਿਆਸਤ ਹੋਈ ਇਹਦੇ ਵਿੱਚ ਕਿ ਸੈਂਟਰ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਮਨ ਸੁੱਝੀ ਉਹਨਾਂ ਦੀ ਕਿ ਇਹਨਾਂ ਨੇ ਅੰਮ੍ਰਿਤਸਰ ਤੋਂ ਬਾਰ-ਬਾਰ ਕੱਢਤਾ ਹੈ। ਕਾਫੀ ਗੈਪ ਪਾਤਾ, 60 ਕਿਲੋਮੀਟਰ ਕਹਿੰਦੇ ਦੂਰ ਰਹਿ ਗਿਆ, 60 ਕਿਲੋਮੀਟਰ। ਉਹ ਐ ਫਿਰ ਉਹਨੇ ਕਿਹਾ ਤਾਂ ਸੈਂਟਰ ਗਵਰਨਮੈਂਟ ਨੇ ਉਹਦੇ ਸਪਸ਼ਟੀਕਰਨ ਦਿੱਤਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜਿੱਥੋਂ ਜਾਏਗਾ ਉੱਥੋਂ ਇੱਕ ਅੰਮ੍ਰਿਤਸਰ ਨੂੰ ਸਿੱਧਾ ਲਿੰਕ ਜੋੜ ਦਈਏ, ਐਕਸਪ੍ਰੈਸ ਲਿੰਕ ਬਣਾ ਦਈਏ, ਤਾਂ ਕਿ ਉਹਦਾ ਮਤਲਬ ਉਹਦੇ ਨਾਲ ਜੁੜ ਜਾਏਗਾ, ਅਸੀਂ ਬਾਰ-ਬਾਰ ਦੀ ਕੱਢ ਦਈਏ। ਪਰ ਉਹਦਾ ਪੰਜਾਬ 'ਚ ਫਿਰ ਇਸ ਤਰ੍ਹਾਂ ਦੀ ਸਿਆਸਤ ਹੋਈ। ਉਹਦੇ 'ਚ ਪਹਿਲਾਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀਗਾ ਕਿ ਜੀ ਨਹੀਂ, ਇਹ ਅੰਮ੍ਰਿਤਸਰ ਵੀ ਦੀ ਜਾਏਗਾ, ਪਰ ਜਦੋਂ ਬਾਅਦ 'ਚ ਨਕਸ਼ਾ ਦੇਖਿਆ ਉਹਨਾਂ ਨੇ, ਉਹ 'ਚ ਹੈ ਨਹੀਂ ਸੀਗਾ। ਫਿਰ ਉਹਨੇ ਦੁਬਾਰਾ ਹੁਣ 10-15 ਦਿਨ ਪਹਿਲਾਂ ਇਹ ਫਿਰ ਕੰਪੇਨ ਸ਼ੁਰੂ ਕੀਤੀ। ਉਹ ਜਿਹੜੇ ਪੁਰੀ ਸਾਹਿਬ ਹੈਗੇ ਨੇ, ਹਰਦੀਪ ਪੁਰੀ, ਉਹਨਾਂ ਨਾਲ ਵੀ ਗੱਲਬਾਤ ਕੀਤੀ। ਤਾਂ ਬੜੀ ਪੰਜਾਬ ਦਾ ਬੜੀ ਬਦਨਾਮੀ ਹੋਏਗੀ ਸਾਡੀ, ਅਕਾਲੀ ਦਲ ਨੂੰ ਤਾਂ ਬੜਾ ਨੁਕਸਾਨ ਪਹੁੰਚੇਗਾ ਸਿਆਸੀ ਤੌਰ ਤੇ, ਬਾਕੀ ਬੀਜੇਪੀ ਨੂੰ ਵੀ ਸਿਆਸੀ ਤੌਰ ਤੇ ਨੁਕਸਾਨ ਪਹੁੰਚੇਗਾ। ਇਸ ਕਰਕੇ ਉਹਨਾਂ ਨੇ ਕੁੱਲ ਮਿਲਾ ਕੇ ਅੰਮ੍ਰਿਤਸਰ ਵੀ ਵੈਸੇ ਵੀ MP ਟਿਕਟ ਬੀਜੇਪੀ ਲੜਦੀ ਹੈ, ਬਿਲਕੁਲ ਲੜਦੀ ਹੈ। ਤਾਂ ਇਹ ਦੇਖੋ ਜੀ, ਅੰਮ੍ਰਿਤਸਰ ਤੋਂ ਦੂਰ ਦੀ ਲੰਘਣਾ ਹੈ, ਇਹਦਾ ਮਤਲਬ ਕੋਈ ਨਹੀਂ। ਜੇ ਆਪਾਂ ਇਹ ਲਾਈਏ ਕਿ ਨਾਰਥ ਇੰਡੀਆ 'ਚ ਸਭ ਤੋਂ ਜੇ ਕੋਈ ਵੱਡਾ ਧਾਰਮਿਕ ਸਥਾਨ ਹੈਗਾ ਤਾਂ ਉਦੋਂ ਵੱਡਾ ਅੰਮ੍ਰਿਤਸਰ ਤੋਂ ਕੋਈ ਵੱਡਾ ਹੈ ਨਹੀਂ। ਇਹ ਆਪਾਂ ਮੰਨਦੇ ਹਾਂ ਕਿ ਕਟੜਾ ਹੈਗੇ ਨੇ, ਜਿਹੜਾ ਉੱਥੇ ਕਹਿੰਦੇ ਆਪਣੇ ਜੰਮੂ ਕਸ਼ਮੀਰ 'ਚ ਹੈਗੇ, ਜਿਹੜੇ ਦੇਵੀ ਦਰਸ਼ਨਾਂ ਵਾਸਤੇ ਲੋਕ ਜਾਂਦੇ ਨੇ, ਵੈਸ਼ਨੋ ਦੇਵੀ ਦਰਸ਼ਨਾਂ ਜਾਂਦੇ ਨੇ, ਉਹ ਵੀ ਬਹੁਤ ਇੰਪੋਰਟੈਂਟ ਹੈ। ਉੱਥੇ ਵੀ ਬਹੁਤ ਵੱਡੀਆਂ ਤੁਸੀਂ ਆਪਣੇ ਆਪ ਇੱਕ ਛੱਡ ਕੇ ਪਹਿਲਾਂ ਤੈਅ ਕਰਦੇ ਹੋ ਅੰਮ੍ਰਿਤਸਰ ਤੱਕ, ਇਹਨੂੰ ਫਿਰ ਕਟੜੇ ਤੱਕ ਵਧਾਉਣ ਤੇ ਸਾਨੂੰ ਕਿਸੇ ਨੂੰ ਇਤਰਾਜ਼ ਥੋੜਾ ਨਹੀਂ। ਈਵਨ ਜੇ ਗਾਹਾਂ ਜਾਣਾ, ਗਾਹਾਂ ਵੀ ਲੈ ਜਾਓ, ਸਾਨੂੰ ਅੱਗੇ ਜਾਣ ਤੇ ਕਿਤੇ ਇਤਰਾਜ਼ ਥੋੜਾ, ਸਾਨੂੰ ਇਤਰਾਜ਼ ਹੈ ਕਿ ਤੁਸੀਂ ਸਾਡਾ ਪ੍ਰਮੁੱਖ ਸ਼ਹਿਰ ਕਿਉਂ ਛੱਡ ਰਹੇ ਹੋ, ਛੱਡਤਾ। ਤੇ ਪਰ ਹੁਣ ਵਧੀਆ ਗੱਲ ਇਹ ਹੋਈ ਆ ਕਿ ਚਲੋ ਮੇਨ ਜਿਹੜੇ 5-6 ਵੱਡੇ ਸ਼ਹਿਰ ਹੈਗੇ ਨੇ ਉਹਨਾਂ ਨੂੰ ਜੋੜ ਲਿਆ ਗਿਆ ਹੈਗਾ, ਤੇ ਉਹਦੇ ਨਾਲ ਇੱਕ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ। ਇਹ ਹੁਣ ਪੰਜਾਬ 'ਚ ਕਿੱਥੇ ਤੋਂ ਦਾਖਲ ਹੋਣਾ ਇਹ ਜੀ? ਸੰਗਰੂਰ, ਜੇ ਤੁਸੀਂ ਜਾਓ ਨਾ ਇੱਧਰ ਆਪਣਾ ਸੰਗਰੂਰ ਵੱਲ ਜਾਓ ਜੀ, ਤਾਂ ਸਮਾਣੇ ਤੋਂ ਅੱਗੇ ਪਾਤਰਾਂ, ਪਾਤਰਾਂ ਤੋਂ ਕੋਈ 15 ਕਿਲੋਮੀਟਰ ਖਨੌਰੀ ਆਉਂਦਾ ਹੈ। ਠੀਕ ਹੈ, ਜਿਹੜਾ ਖਨੌਰੀ ਉਹ ਅੱਧਾ ਪੰਜਾਬ 'ਚ ਹੈ, ਅੱਧਾ ਹਰਿਆਣੇ 'ਚ ਪੈਂਦਾ ਹੈ ਨਾ। ਉੱਥੇ ਨਹਿਰ ਭਾਖੜਾ, ਮਤਲਬ ਪਟਿਆਲੇ ਦੇ ਏਰੀਆ ਨੂੰ ਟੱਚ ਕਰੇ ਜਾਣਾ ਇਹਨੇ, ਪੱਕਾ ਜਿਹੜਾ ਪੁਰਾਣਾ ਪਟਿਆਲਾ ਜਿਹਨੂੰ ਕਹਿ ਸਕਦੇ ਹੋ, ਉੱਥੇ ਨੂੰ ਲੰਘੇ ਜਾਣਾ, ਉੱਥੇ ਲੰਘੇਗਾ ਬਿਲਕੁਲ ਖਨੌਰੀ ਦਾ ਏਰੀਆ। ਫਿਰ ਉੱਥੋਂ ਲੁਧਿਆਣਾ ਲੰਘੇਗਾ, ਖਨੌਰੀ ਤੋਂ ਭਾਨੀਗੜ੍ਹ ਸ਼ਹਿਰ, ਜਿਹੜਾ ਭਾਨੀਗੜ੍ਹ ਸ਼ਹਿਰ ਜਿੱਥੋਂ ਦੀ ਆਪਣਾ ਇਹ ਹਾਈਵੇ ਲੰਘਦਾ ਹੈ, ਚੰਡੀਗੜ੍ਹ ਪਟਿਆਲਾ ਭਾਨੀਗੜ੍ਹ ਹਾਈਵੇ ਹੈ, ਇਹ ਵੀ ਉਧਰ ਹੀ ਬਠਿੰਡੇ ਵਾਲਾ ਵੀ ਉੱਥੋਂ ਹੀ ਲੰਘਦਾ ਹੈ। ਭਾਨੀਗੜ੍ਹ ਤੋਂ ਫਿਰ ਇਹ ਲੁਧਿਆਣੇ ਵੱਲੋਂ ਹੋ ਜਾਏਗਾ। ਠੀਕ ਹੈ ਜੀ। ਤੇ ਇਹਦਾ ਕਾਫੀ ਕੰਮ ਪਹਿਲਾਂ, ਮੇਰਾ ਖਿਆਲ ਹੈ ਕਿ ਪਹਿਲਾਂ ਕਾਫੀ ਕੰਮ ਹੋ ਚੁੱਕਿਆ, ਜ਼ਮੀਨਾਂ ਪੁਲ ਬਣ ਚੁੱਕੇ ਨੇ। ਠੀਕ ਹੈ ਜੀ। ਵੱਡੇ ਜੇ ਤੁਸੀਂ ਭਾਨੀਗੜ੍ਹ ਜਾਓ ਤਾਂ ਤੁਸੀਂ ਦੇਖੋਗੇ ਭਾਨੀਗੜ੍ਹ ਬਹੁਤ ਵੱਡਾ ਇੱਕ ਫਲਾਈਓਵਰ ਪਹਿਲਾਂ ਬਣ ਚੁੱਕਿਆ। ਮੇਰਾ ਖਿਆਲ ਹੈ ਕੋਸ਼ਿਸ਼ ਇਹ ਹੋਗੀ ਖਨੌਰੀ ਤੋਂ ਟਹਾਣੇ ਜੋੜ ਕੇ, ਟਹਾਣੇ ਤੋਂ ਅੱਗੇ ਫਿਰ ਇੱਕ ਹਾਈਵੇ ਬਣਿਆ ਹੋਇਆ ਪਹਿਲੇ। ਠੀਕ ਹੈ ਜੀ। ਬਹੁਤ ਵੱਡਾ ਇੱਕ ਰਸਤਾ ਚੌੜਾ ਬਣਿਆ ਹੋਇਆ ਹੈ, ਤੇ ਉਸ ਤੋਂ ਮੇਰਾ ਖਿਆਲ ਜੋੜਨ ਦੀ ਸਲਾਹ ਸੀ। ਇੱਕ ਜਿਹੜੀ ਤੁਸੀਂ ਬਠਿੰਡੇ ਵਾਲੀ ਗੱਲ ਕੀਤੀ ਹੈ, ਅੱਜ ਤੋਂ ਕੋਈ 20 ਸਾਲ ਪਹਿਲਾਂ 2001 ਵਿੱਚ ਇੱਕ ਪ੍ਰਪੋਜ਼ਲ ਬਣੀ ਸੀ
ਕਿ ਬਠਿੰਡੇ ਤੋਂ ਇੱਕ ਹਾਈਵੇ ਕੱਢਿਆ ਜਾਵੇ, ਐਕਸਪ੍ਰੈਸਵੇ ਜੀ, ਕੱਢਿਆ ਜੀ, ਜਾਵੇ, ਜੀ। ਜਿਹੜਾ ਕਿ ਬਠਿੰਡੇ ਰੇਲਵੇ ਲਾਈਨ ਦੇ ਨਾਲ ਠੀਕ ਹੈ ਜੀ। ਬਠਿੰਡੇ ਤੋਂ ਆਪਣਾ ਬਠਿੰਡੇ ਤੋਂ ਕਹਿੰਦਾ ਸੱਦਾ ਸਿੰਘ ਵਾਲਾ, ਹਾਂ। ਸੱਦਾ ਸਿੰਘ ਵਾਲੇ ਤੋਂ ਮੌੜ ਮੰਡੀ, ਹੂੰ। ਮੌੜ ਮੰਡੀ ਤੋਂ ਕਹਿੰਦਾ ਮਾਨਸਾ, ਮਾਨਸਾ ਤੋਂ ਜਾਖਲ, ਹੂੰ। ਜਾਖਲ ਤੋਂ ਗਾਹਾਂ ਫਿਰ ਇਸ ਤਰ੍ਹਾਂ ਸਿੱਧਾ ਠੀਕ ਹੈ। ਹਰਿਆਣੇ ਵਿੱਚ ਦੀ ਰੇਲਵੇ ਲਾਈਨ ਦੇ ਨਾਲ ਦਿੱਲੀ ਨੂੰ ਜੋੜਤਾ ਜੀ ਜਾਵੇ, ਜੀ ਜੀ। ਤਾਂ ਇੱਕ ਉਹ ਹਾਈਵੇ ਬਣ ਜਾਏਗਾ। ਉਹਦਾ ਕਾਰਨ ਇਹ ਸੀਗਾ ਕਿ ਉਸ ਇਲਾਕੇ ਦੀ ਡਿਵੈਲਪਮੈਂਟ ਨਹੀਂ ਹੋ ਰਹੀ, ਹੂੰ। ਵਿਕਾਸ ਉਸ ਇਲਾਕੇ ਦਾ ਨਹੀਂ ਹੋ ਰਿਹਾ। ਵਿਕਾਸ ਉਹ ਕਹਿੰਦੇ ਵੀ ਜੇ ਇਸ ਤੋਂ ਹਾਈਵੇ ਕੱਢਾਂਗੇ ਹਾਂ, ਤਾਂ ਉਹਦੇ ਨਾਲ ਵਿਕਾਸ ਤਾਂ ਉਸ ਨਾਲ ਇੱਕ ਹਾਈਵੇ ਦੇ ਆਲੇ ਦੁਆਲੇ ਵਿਕਾਸ ਹੋਏਗਾ। ਧਾਲੀਵਾਲ ਸਾਹਿਬ, ਅੱਗੇ ਵਿਕਾਸ ਦੇ ਮਾਡਲ ਆਪਾਂ ਦੁਨੀਆ ਭਰ 'ਚ ਜੇ ਦੇਖੀਏ, ਭਾਰਤ 'ਚ ਵੀ ਦੇਖੀਏ, ਕਿ ਕਹਿੰਦੇ ਕਿ ਨਦੀਆਂ ਦੇ ਕਿਨਾਰੇ, ਦਰਿਆਵਾਂ ਕਿਨਾਰੇ, ਸਮੁੰਦਰਾਂ ਦੇ ਕਿਨਾਰੇ ਸ਼ਹਿਰ ਵਸਦੇ ਰਹੇ, ਤੇ ਕੀ ਹੁਣ ਇਹ ਵਿਕਾਸ ਦਾ ਮਾਡਲ ਚੇਂਜ ਹੋ ਰਿਹਾ? ਤੁਸੀਂ ਇਸ ਗੱਲ ਨੂੰ ਲੈ ਰਹੇ ਹੋ ਕਿ ਇਹ ਨਵਾਂ? ਬਿਲਕੁਲ, ਤੁਸੀਂ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ। ਅੱਜ ਤੋਂ 500-600 ਸਾਲ ਪਹਿਲਾਂ ਜਾਂ 700 ਸਾਲ ਪਹਿਲਾਂ ਪਾਣੀ ਬੰਦੇ ਦੀ ਮੁੱਖ ਲੋੜ ਸੀਗੀ। ਲੋੜ ਤਾਂ ਹੁਣ ਵੀ ਹੈਗੀ ਹੈ, ਲੋੜ ਤਾਂ ਹੈਗੀ ਹੈ। ਉਦੋਂ ਨਹਿਰਾਂ ਵਗੈਰਾ ਨਹੀਂ ਸੀ ਜੀ। ਤਾਂ ਜਦੋਂ ਪਾਣੀ ਇਸ ਤਰ੍ਹਾਂ ਦਾ ਸਿਸਟਮ ਹੀ ਨਵੇਂ ਨਹੀਂ ਬਣੇ, ਨਾ ਨਵੇਂ ਨਲਕੇ ਬਣੇ ਸੀ, ਨਾ ਟਿਊਬਵੈੱਲ ਲੱਗੇ ਸੀ, ਉਦਾਂ ਦੀਆਂ ਚੀਜ਼ਾਂ ਸਹੂਲਤਾਂ ਨਹੀਂ ਸੀਗੀਆਂ। ਖੂਹਾਂ ਤੋਂ ਲੋਕ ਪਾਣੀ ਪੀਂਦੇ ਸੀਗੇ। ਬਿਲਕੁਲ। ਤਾਂ ਆਮ ਤੌਰ ਤੇ ਕੋਸ਼ਿਸ਼ ਹੁੰਦੀ ਕਿ ਦਰਿਆਵਾਂ ਦੇ ਆਲੇ ਦੁਆਲੇ ਵਸੋਂ ਹੋਈ। ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਜਿਹੜੇ ਪੰਜਾਬ 'ਚ ਰਾਜਸਥਾਨ ਤੋਂ ਜਿਹੜੇ ਲੋਕ ਆਏ ਨੇ ਬਹੁਤ ਸਾਰੇ, ਜਿਹੜੇ ਆਪਣਾ ਇਹ ਮਾਲ ਵਿੱਚ ਬੈਠੇ ਨੇ, ਉਹ ਵੀ ਦਰਿਆਵਾਂ ਕਰਕੇ ਇੱਧਰ ਨੂੰ ਖਿਸਕਦੇ ਆਏ। ਬਿਲਕੁਲ। ਜਿਹੜੇ ਬੰਦੇ ਸੈਣੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਆਏ ਹੋਏ ਨੇ ਇੱਥੇ, ਜਿਹੜੇ ਕਿ ਉਹ ਵੀ ਕਹਿੰਦੇ ਵੀ ਯੂਪੀ ਤੋਂ ਦਰਿਆਵਾਂ ਵੱਲੋਂ ਇੱਧਰ ਕੀ ਆਪ ਰੋਪੜ, ਹੁਸ਼ਿਆਰਪੁਰ ਦੇ ਏਰੀਆ ਵੱਲ ਆ ਕੇ ਵਸੇ ਨੇ, ਕਿਉਂਕਿ ਪਾਣੀ ਜਿਹੜੀ ਹੈ ਲੋਕਾਂ ਦੀ ਮੁੱਖ ਲੋੜ। ਤੁਸੀਂ ਦੇਖੋ ਦੁਨੀਆ ਦੇ ਵੱਡੇ ਸ਼ਹਿਰ ਤੁਸੀਂ ਲਾਓ, ਲੰਡਨ ਜਿਹੜਾ ਹੈਗਾ ਉਹ ਦਰਿਆ ਦੇ ਬਿਲਕੁਲ ਕਿਨਾਰੇ ਤੇ ਹੈਗਾ, ਦਿੱਲੀ ਹੈਗਾ ਬਿਲਕੁਲ ਜਮਨਾ ਦੇ ਕਿਨਾਰੇ ਹੈਗਾ, ਲਾਹੌਰ ਹੈਗਾ ਉਹ ਰਾਵੀ ਦੇ ਉੱਤੇ ਹੈਗਾ, ਤੋਂ ਅੰਮ੍ਰਿਤਸਰ ਵੀ ਤਕਰੀਬਨ ਦਰਿਆਵਾਂ ਦੇ ਨੇੜੇ ਆ, ਕੋਈ ਬੜਾ ਦੂਰ ਨਹੀਂ ਹੈਗਾ। ਤੋਂ ਬਹੁਤ ਸਾਰੀਆਂ ਜਿਹੜੀਆਂ ਸਭਿਅਤਾਵਾਂ ਹੈਗੀਆਂ, ਜਾਂ ਤਾਂ ਉਹ ਦਰਿਆਵਾਂ ਦੇ ਆਲੇ ਦੁਆਲੇ, ਨੀਲ ਨਦੀ ਦੀ ਸਭਿਅਤਾ ਦੇਖੋ, ਬਿਲਕੁਲ ਨੀਲ ਇੱਕ ਏਡੀ ਵੱਡੀ ਨਦੀ ਹੈ, ਉਹਦੇ ਆਲੇ ਦੁਆਲੇ ਕਿੰਨੀ ਲੰਬਾ, ਮਤਲਬ ਕਿੰਨਾ ਲੰਬਾ ਦਰਿਆ ਹੋ, ਤੇ ਉਹਦੇ ਆਲੇ ਦੁਆਲੇ ਕਿਵੇਂ ਵਿਕਾਸ ਹੋਇਆ। ਜਾਂ ਤਾਂ ਸਮੁੰਦਰ ਦੇ ਕਿਨਾਰੇ, ਜਾਂ ਦਰਿਆ ਬੰਬੇ ਤੁਸੀਂ ਦੇਖ ਲਓ, ਤਾਮਿਲਨਾਡੂ ਦੇ ਤੁਸੀਂ ਚੇਨਈ ਦੇਖ ਲਓ, ਹੋਰ ਵੱਡੇ ਸ਼ਹਿਰ ਦੇਖ ਲਓ, ਉਹ ਦਰਿਆਵਾਂ ਦੇ ਆਲੇ ਦੁਆਲੇ ਵਿਕਸਿਤ ਹੋਏ ਨੇ। ਤੋਂ ਹੁਣ ਇੱਕ ਨਵਾਂ ਮਾਡਲ ਜਿਹੜਾ ਆਇਆ ਹੈ, ਜਿਹੜਾ ਕਿ ਪਿਛਲੇ 30-40 ਸਾਲ ਤੋਂ ਆਪਣੇ ਦੇਸ਼ ਵਿੱਚ ਪ੍ਰਚਲਿਤ ਹੋਇਆ, ਮਤਲਬ ਇਸ ਏਰੀਏ ਵਿੱਚ, ਉਹ ਹੈਗਾ ਹਾਈਵੇ ਦੇ ਆਲੇ ਦੁਆਲੇ ਵਿਕਾਸ ਹੋਣਾ ਸ਼ੁਰੂ ਹੋਇਆ। ਤੁਸੀਂ ਦੇਖੋ ਵੀ ਚੰਡੀਗੜ੍ਹ ਤੋਂ ਆਪਾਂ ਹਾਈਵੇ ਤੇ ਜਾਂਦੇ ਆ ਜਲੰਧਰ ਵਾਲੇ ਤੇ, ਤੁਹਾਨੂੰ ਰਾਹ 'ਚ ਕੋਈ ਖਾਲੀ ਥਾਂ ਹੀ ਨਹੀਂ ਦਿਖਦਾ। ਅੱਗੇ ਖਰੜ ਤੋਂ ਲੈ ਕੇ ਕਰਾਲੀ ਤੱਕ ਖਾਲੀ ਹੁੰਦਾ ਸੀ। ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਤੁਸੀਂ ਦੇਖੋ, ਉਹ ਖਾਲੀ ਹੁੰਦਾ ਸੀ ਸਾਰਾ ਇਲਾਕਾ। ਹੁਣ ਤੁਸੀਂ ਦੇਖੋ ਖਰੜ ਤੋਂ ਕਰਾਲੀ ਜਾਓ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕਰਾਲੀ ਆ ਜਾਂਦੀ ਹੈ। ਆਲੇ ਦੁਆਲੇ ਇੰਨੀਆਂ ਯੂਨੀਵਰਸਿਟੀਆਂ, ਇੰਨੇ ਕਾਲਜ, ਇੰਨੇ ਬਿਲਡਿੰਗਾਂ, ਹਾਈਵੇ ਬਣ ਗਏ ਨੇ, ਮਤਲਬ ਉਹ ਬਣ ਗਏ ਨੇ, ਫਲੈਟ ਵਗੈਰਾ ਬਣ ਗਏ ਨੇ, ਕਿ ਤੁਹਾਨੂੰ ਲੱਗਦਾ ਨਹੀਂ ਸ਼ੋਰੂਮ ਬਣ ਗਏ ਨੇ, ਤੁਹਾਨੂੰ ਲੱਗਦਾ ਨਹੀਂ ਕਿ ਅਸੀਂ ਕਿਤੇ ਖਾਲੀ ਥਾਂ ਵੀ ਜਾ ਰਹੇ ਹਾਂ, ਜਾਂ ਕੋਈ ਕਰਾਲੀ ਦੂਰ ਸ਼ਹਿਰ ਤੋਂ ਦੂਏ ਸ਼ਹਿਰ ਜਾ ਰਹੇ ਹਾਂ। ਇਸ ਤਰ੍ਹਾਂ ਇੱਧਰ ਨੂੰ ਹੋ ਰਿਹਾ, ਘਨੂਏ ਵੱਲ ਵੀ, ਜਿਹੜੇ ਮਰਜ਼ੀ ਪਾਸੇ ਨੂੰ ਚੱਲ ਜਾਓ, ਕਿਸੇ ਪਾਸੇ ਵੀ ਵਗ ਜਾਓ। ਤਾਂ ਮਤਲਬ ਫਿਰ ਜੇ ਆਪਾਂ ਚੰਡੀਗੜ੍ਹੋਂ ਦਿੱਲੀ ਨੂੰ ਜਾਈਏ, ਅੰਬਾਲਾ ਟੱਪ ਜਾਓ ਤੁਸੀਂ, ਉਦੋਂ ਬਾਅਦ ਢਾਬੇ ਹੀ ਦਿਖਦੇ ਆ। ਚੰਡੀਗੜ੍ਹ ਤੋਂ ਅੰਬਾਲੇ ਦੇ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਆ ਜਾਂਦਾ। ਦੋਨੇ ਪਾਸੇ ਜੀਰਕਪੁਰੀ ਕਹਿੰਦਾ ਡੇਰਾ ਬਸੀ ਜਾ ਲੱਗਿਆ, ਡੇਰਾ ਬਸੀ ਡੱਪਰ ਗਾਹਾਂ ਅੱਗੇ ਜਾ ਲੱਗਿਆ, ਅੰਬਾਲੇ ਨਾਲ ਜਾ ਲੱਗਿਆ ਤਕਰੀਬਨ। ਇਸ ਤਰ੍ਹਾਂ ਜੇ ਆਪਾਂ ਅੰਬਾਲੇ ਤੋਂ ਗਾਹਾਂ ਜਾਈਏ ਤਾਂ ਤੁਸੀਂ ਕਰਨਾਲ ਵੱਲੋਂ ਦੇਖੋ, ਕਿੰਨੇ ਢਾਬੇ ਹੋ ਗਏ ਆਲੇ ਦੁਆਲੇ, ਕਿੰਨੇ ਪਤਾ ਹੀ ਲੱਗਦਾ ਵੀ ਕਿਹੜੇ ਪਾਸੇ ਦੀ ਜਾ ਰਹੇ ਹੋ, ਹੈ ਨਾ। ਸੋ ਇਸ ਕਰਕੇ ਜਿਹੜਾ ਪਿਛਲੇ ਨਵਾਂ ਵਿਕਾਸ ਦਾ ਮਾਡਲ ਆਇਆ ਹੈ, ਨਵੀਂ ਜਿਹੜੀ ਜ਼ਿੰਦਗੀ ਲਾਈਫ ਦੀ ਤਰਜੇ ਜ਼ਿੰਦਗੀ ਜਿਹਨੂੰ ਕਹਿੰਦੇ ਆਪਾਂ, ਉਹ ਇੱਕ ਨਵੀਂ ਵਿਕਸਿਤ ਹੋ ਰਹੀ ਹੈ, ਉਹ ਹਾਈਵੇ ਦੇ ਆਲੇ ਦੁਆਲੇ ਹੋ ਰਹੀ ਹੈ। ਹਾਂਜੀ, ਬਿਲਕੁਲ। ਇਹ ਬੇਸ਼ੱਕ ਵਿਕਾਸ ਦਾ ਮਾਡਲ ਬਦਲ ਰਿਹਾ, ਪਰ ਜਿਹੜਾ ਵਿਕਾਸ ਹੋ ਰਿਹਾ ਕੀ ਉਹ ਜਨਤਾ ਦੇ ਹਿੱਤ ਲਈ ਹੋ ਰਿਹਾ, ਜਿਸ ਗੱਲ ਵੱਲ ਇਸ਼ਾਰਾ ਧਾਲੀਵਾਲ ਸਾਹਿਬ ਨੇ ਕੀਤਾ ਸੀਗਾ ਕਿ ਮੁਫਤ ਨਹੀਂ ਹੋਏਗਾ। ਸੋ ਇਸ ਗੱਲ ਨੂੰ ਲੈ ਕੇ ਮੇਰਾ ਧਿਆਨ ਫਿਰ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਵੱਲ ਜਾਂਦਾ ਕਿ ਲਾਂਘਾ ਖੁੱਲ੍ਹਣ ਤੇ ਜਦੋਂ ਪਾਕਿਸਤਾਨ ਫੀਸ ਲਾਉਂਦਾ, ਤਾਂ ਭਾਰਤ ਦੀਆਂ ਕੁਝ ਖਾਸ ਕਰ ਪੰਜਾਬ ਦੇ ਅਕਾਲੀ ਦਲ ਨੇ ਵੀ ਇਸ ਗੱਲ ਨੂੰ, ਕਾਂਗਰਸ ਨੇ ਵੀ ਇਸ ਗੱਲ ਨੂੰ ਰਾਜਨੀਤਿਕ ਮੁੱਦੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਨਹੀਂ ਜੀ, ਫੀਸ ਨਹੀਂ ਲੱਗਣੀਆਂ ਚਾਹੀਦੀਆਂ, ਪਾਕਿਸਤਾਨ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਉਸ ਮਸਲੇ 'ਤੇ ਮੁੱਦਾ ਬਣਿਆ। ਜਦੋਂ ਟੋਲ 'ਤੇ ਉੱਤੇ ਅਸੀਂ ਫੀਸ ਦੇ ਕੇ ਗੁਰੂ ਘਰ ਨੂੰ ਜਾਂਦੇ ਹਾਂ, ਕੀ ਉਹ ਵਸੂਲਗੀ ਜਾਇਜ਼ ਹੈ? ਫਿਰ ਇਸ ਮਸਲੇ ਦੀ ਵੀ ਜਿੱਥੇ ਚਰਚਾ ਕਰਾਂਗੇ, ਉੱਥੇ ਥੋੜ੍ਹਾ ਜਿਹਾ ਕਿ ਹੁਣ ਤੱਕ ਪਹਿਲਾਂ ਆਪੋ ਆਪਣੇ ਸ਼ਹਿਰਾਂ 'ਚੋਂ ਲੀਡਰ ਇਸ ਹਾਈਵੇ ਨੂੰ ਲਗਾਉਣਾ ਚਾਹੁੰਦੇ ਸੀ, ਅਤੇ ਹੁਣ ਜਦੋਂ ਹਾਈਵੇ ਦਾ ਪ੍ਰੋਜੈਕਟ ਫਾਈਨਲ ਹੋ ਗਿਆ ਤਾਂ ਉਸ ਤੋਂ ਬਾਅਦ ਕ੍ਰੈਡਿਟ ਵਾਰ ਕਿਵੇਂ ਸ਼ੁਰੂ ਹੋਈ ਆ, ਉਹਦੇ ਪਰ ਵੀ ਚਰਚਾ ਕਰਾਂਗੇ। ਪਰ ਸਮਾਂ ਇੱਕ ਬ੍ਰੇਕ ਦਾ, ਛੋਟੀ ਜਿਹੀ ਬ੍ਰੇਕ ਲਈ ਰੁਕਾਂਗੇ, ਹੁਣੇ ਪਰਤਦੇ ਹਾਂ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV।
ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ ਜੀ। ਧਾਲੀਵਾਲ ਸਾਹਿਬ, ਤੁਸੀਂ ਗੱਲ ਕਰ ਰਹੇ ਸੀਗੇ ਕਿ ਇਹ ਮੁਫਤ ਨਹੀਂ ਹੋਏਗਾ। ਹੁਣ ਤਾਂ ਕੋਈ ਵੀ ਰੋਡ ਮੁਫਤ ਨਹੀਂ ਹੈ। ਕਿਤੇ ਸੂਬਿਆਂ ਦੇ ਟੋਲ ਪਲਾਜ਼ੇ ਲੱਗੇ ਨੇ, ਕਿਤੇ ਕੇਂਦਰ ਦੇ ਲੱਗੇ ਨੇ ਹਾਈਵੇਆਂ ਦੇ ਉੱਤੇ, ਨੈਸ਼ਨਲ ਹਾਈਵੇਆਂ ਦੇ, ਤੇ ਹੁਣ ਜਿਹੜੇ ਇਹ ਨੇ ਤਾਂ ਉਹ ਤੋਂ ਵੀ ਮਹਿੰਗੇ ਨੇ। ਜਿਵੇਂ ਆਗਰਾ ਐਕਸਪ੍ਰੈਸ ਵੇ ਹੈ, ਮੇਰਠ ਐਕਸਪ੍ਰੈਸ ਵੇ ਹੈ, ਉੱਥੇ ਤਾਂ ਜਿੱਥੋਂ ਚੜ੍ਹ ਜਾਓ ਉੱਥੋਂ ਪਰਚੀ ਲੈ ਲਓ ਕਿ ਅਸੀਂ ਇੱਥੋਂ ਐਂਟਰ ਕੀਤੇ ਹਾਂ, ਜਿੱਥੇ ਉਤਰੋਗੇ ਉੱਥੇ ਤੱਕ ਦਾ ਮੋਟਾ ਚਾਰਜ ਲੱਗਦਾ, 300 350 ਰੁਪਈਆ ਵੀ ਲੱਗ ਜਾਂਦਾ। ਸੋ ਇਸ ਢੰਗ ਨਾਲ ਜਿਵੇਂ ਤੁਸੀਂ ਕਿਹਾ ਕਿ ਇੱਥੇ 500-600 ਰੁਪਈਆ ਜੇਬ ਕਟਾਉਣੀ ਪੈਣੀ ਆ। ਜਦੋਂ ਪਾਕਿਸਤਾਨ ਫੀਸ ਲੈਣ ਦੀ ਗੱਲ ਕਰਦਾ ਉਸ ਕਰਤਾਰਪੁਰ ਸਾਹਿਬ ਤੇ ਲਾਂਘੇ ਤੋਂ, ਤਾਂ ਭਾਰਤ ਦੇ ਖਾਸ ਕਰ ਪੰਜਾਬ ਦੀਆਂ ਰਾਜਨੀਤਿਕ ਧਿਰਾਂ, ਅਕਾਲੀ ਦਲ ਵੀ, ਕਾਂਗਰਸ ਵੀ ਇਸ ਗੱਲ ਤੇ ਮੁੱਦਾ ਬਣਾਉਂਦੀ ਕਿ ਨਹੀਂ ਲੈਣੇ ਚਾਹੀਦੇ ਜੀ, ਇਹ ਤਾਂ ਗੁਰੂ ਘਰ ਜਾਣ ਲੱਗੇ ਜਜੀਆ ਵਸੂਲਿਆ ਜਾ ਰਿਹਾ ਜੀ। ਤੇ ਜਦੋਂ ਅਸੀਂ ਅੰਮ੍ਰਿਤਸਰ ਨੂੰ ਟੋਲ ਦੇ ਕੇ ਲੰਘਦੇ ਹਾਂ, ਜਦੋਂ ਅਸੀਂ ਨੈਣਾ ਦੇਵੀ ਨੂੰ ਜਾਣ ਲੱਗੇ ਟੋਲ ਦੇ ਕੇ ਲੰਘਦੇ ਹਾਂ, ਹੁਣ ਐਕਸਪ੍ਰੈਸ ਵੇ ਤੋਂ ਜਦੋਂ ਅਸੀਂ 5 ਪਵਿੱਤਰ ਗੁਰੂ ਧਾਮਾਂ ਦੇ ਵਿੱਚੋਂ ਲੰਘਣਾ, ਚਾਹੇ ਸੁਲਤਾਨਪੁਰ ਲੋਧੀ ਹੈ, ਚਾਹੇ ਸ਼੍ਰੀ ਗੋਬਿੰਦਵਾਲ ਸਾਹਿਬ ਹੈ, ਚਾਹੇ ਤਰਨ ਤਾਰਨ ਹੈ, ਚਾਹੇ ਅੰਮ੍ਰਿਤਸਰ ਹੈ, ਤਾਂ ਉਸ ਸਮੇਂ ਵੀ ਟੋਲ ਦੇ ਕੇ ਲੰਘਾਂਗੇ। ਕੀ ਇਹ ਵੀ ਜਜੀਆ ਨਹੀਂਗਾ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਹੁਣ ਸਾਡੇ ਸਿਆਸਤਦਾਨ ਪਹਿਲਾਂ ਪਾਕਿਸਤਾਨ ਨੂੰ ਭੰਡਦੇ ਰਹੇ, ਪਰ ਹੁਣ ਸਾਡੇ ਸਿਆਸਤਦਾਨ ਖੁਦ ਫਸ ਗਏ। ਹਾਂ, ਉਹ ਟ੍ਰੈਫਿਕ ਸੀਗਾ ਜਿਹੜਾ, ਉਹ ਚੋਂ ਵਿੱਚ ਆ ਗਏ ਨੇ। ਇਹ ਕੱਲ ਨੂੰ ਇਸ਼ੂ ਬਣਨਾ ਹੀ ਬਣਨਾ। ਬਿਲਕੁਲ, ਜਦੋਂ ਬੰਦਾ ਦਿੱਲੀ ਤੋਂ ਚੜੇਗਾ ਹਾਈਵੇ ਤੇ, ਤੋਂ ਜੋ ਟੋਲ ਕਟਾਉਣਾ ਪੈ ਗਿਆ, ਤਾਂ ਉਹਦੇ ਤਾਂ ਹੁਣ ਤਾਂ ਕਿਰਕਰੀ ਉਹਦੀ ਹੋ ਜਾਏਗੀ ਉੱਥੇ। ਹੈ ਨਾ ਜੀ। ਇੱਕ ਵਾਰੀ ਕੋਈ ਬੰਦਾ ਫਿਲਮ ਦੇਖਣ ਗਿਆ, ਮੈਂ ਤੁਹਾਨੂੰ ਥੋੜੀ ਵਿਚਕਾਰੇ ਕਹਾਣੀ ਸੁਣਾਉਣਾ। ਉਹ ਫਿਲਮ ਦੇਖਣ ਗਿਆ ਤੇ ਉਹਨੂੰ 5-4 ਨਾਲ ਦੋਸਤ ਸੀਗੇ, ਉਹ ਟਿਕਟ ਉਹਨੂੰ ਲੈਣੀ ਪੈ ਗਈ। ਠੀਕ ਹੈ ਹਾਂਜੀ। ਤੇ ਉਹ ਟਿਕਟ ਜਦੋਂ ਫਿਲਮ ਸ਼ੁਰੂ ਹੋਈ ਤੇ ਉਹ ਕਹਿਣ ਲੱਗੇ, ਦੇਖੋ ਧਰਮਿੰਦਰ ਕਿੰਨਾ ਸੋਹਣਾ ਲੱਗ ਰਿਹਾ, ਕਿਵੇਂ ਵਧੀਆ ਐਕਟਿੰਗ ਕਰ ਰਿਹਾ, ਕਹਿੰਦਾ ਵੀ ਆਹ ਵਧੀਆ ਸੀਨ ਆ ਰਿਹਾ ਹੈ। ਉਹ ਕਹਿੰਦਾ ਕਿੱਥੇ ਹੈ ਧਰਮਿੰਦਰ, ਮੈਨੂੰ ਦਿਖ ਨਹੀਂ ਰਿਹਾ। ਜਿਹੜੇ ਬੰਦੇ ਟਿਕਟ ਲਈ ਜਿਹੜੇ ਬੰਦੇ ਟਿਕਟ ਦੇਖੀ ਸੀ, ਉਹ ਕਹਿੰਦਾ ਏਦਾਂ ਦਾ ਪੜਦਾ, ਉਹ ਸਾਹਮਣੇ ਤਾਂ ਖੜਾ ਧਰਮਿੰਦਰ ਦੇਖ ਕਿਵੇਂ ਨੱਚ ਰਿਹਾ ਹੈ। ਕਹਿੰਦਾ ਮੈਨੂੰ ਦੇਖ ਰਿਹਾ, ਮੈਨੂੰ ਤਾਂ ਭੰਬੂ ਤਾਰੇ ਦਿਖ ਰਹੇ। ਭੰਬੂ ਤਾਰੇ ਦਿਖਦੇ ਆ, ਸਹੀ ਗੱਲ ਹੈ। ਉਹ ਭੰਬੂ ਤਾਰੇ ਹਾਈਵੇ ਤੇ ਚੜ੍ਹਦੀ, 500 ਰੁਪਇਆ ਜੇਬ ਉੱਥੇ ਧਰਾ ਲਿਆ ਕਰਨਗੇ ਭੰਬੂ ਤਾਰੇ, ਤਾਂ ਧਾਰਮਿਕ ਯਾਤਰਾ ਦੀ ਬਜਾਏ ਭੰਬੂ ਤਾਰੇ ਜਦ ਦੇਖਿਆ ਕਰਨਗੇ। ਕਾਰ ਦਾ ਟਾਇਰ ਜਿਹੜਾ ਉਲਟਾ ਘੁੰਮਣ ਲੱਗ ਜਾ ਕਰੂਗਾ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਆਪਾਂ ਜਿਹੜੀ ਇੱਕ ਲੋਕਾਂ ਦੀ ਇੱਕ ਧਾਰਮਿਕ ਮਰਜ਼ਾਦਾ ਹੈ। ਲੋਕ ਬੜੀ ਸ਼ਰਧਾ ਨਾਲ ਜਦੋਂ ਚੱਲਦੇ ਨੇ, ਜਦੋਂ ਵੀ ਕਿਸੇ ਧਾਰਮਿਕ ਸਥਾਨ ਲਈ ਚੱਲਦੇ ਨੇ, ਆਪਣੇ ਦੇਸ਼ ਵਿੱਚ ਖਾਸ ਕਰਕੇ ਲੋਕ ਬੜੀ ਸ਼ਰਧਾ ਨਾਲ ਚੱਲਦੇ ਨੇ, ਉਹਨਾਂ ਦੀ ਇੱਕ ਆਸਥਾ ਜੁੜੀ ਹੁੰਦੀ ਹੈ। ਤੇ ਜਦੋਂ ਵੀ ਭਾਵੇਂ ਉਹਨਾਂ ਨੇ ਦਰਬਾਰ ਸਾਹਿਬ ਜਾਣਾ ਹੈ, ਭਾਵੇਂ ਉਹਨੇ ਵੈਸ਼ਨੋ ਦੇਵੀ ਜਾਣਾ ਹੈ, ਭਾਵੇਂ ਉਹਨਾਂ ਨੇ ਕਹਿੰਦਾ ਖਡੂਰ ਸਾਹਿਬ ਜਾਣਾ ਹੈ ਜਾਂ ਸੁਲਤਾਨਪੁਰ ਲੋਧੀ ਜਾਣਾ ਹੈ, ਤਾਂ ਮੇਰਾ ਖਿਆਲ ਹੈ ਕਿ ਇਹ ਉਹਨਾਂ ਨੂੰ ਇਹਨੂੰ ਮੁਫਤ ਹੋਣਾ ਚਾਹੀਦਾ। ਉਹਦੇ ਵਾਸਤੇ ਕੋਈ ਪੈਸਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਹੈ ਨਹੀਂ ਵੀ ਐਕਸਪ੍ਰੈਸ ਤੋਂ ਬੰਦਾ, ਐਕਸਪ੍ਰੈਸ ਵੇ ਤੋਂ ਜਿਹੜਾ ਬੰਦਾ ਕਿਤੇ ਹੋਰ ਪਾਸੇ ਚੱਲਿਆ, ਜੇ ਤਾਂ ਚਲੋ ਆਪਣਾ ਬਿਜ਼ਨਸ ਕਰਨ ਚੱਲਿਆ ਹੋਵੇ ਜਲੰਧਰ ਜਾਂ ਲੁਧਿਆਣੇ, ਫਿਰ ਆਪਾਂ ਕਹਿ ਸਕਦੇ ਕਿ ਵੱਖਰੀ ਗੱਲ ਹੈ। ਜੇ ਤਾਂ ਬਿਜ਼ਨਸ ਕਰਨ ਗਿਆ ਸੀ, ਨਹੀਂ, ਪਰ ਉਸ ਰੋਡ ਤੇ ਆਉਣਗੇ ਤਾਂ ਬਿਜ਼ਨਸਮੈਨ ਵੀ ਆਉਣਗੇ। ਜਿਹਨੇ ਲੁਧਿਆਣੇ ਆਉਣਾ ਉਹ ਵੀ ਉਹਦੇ ਪਰ ਆ ਸਕਦਾ। ਮੇਰਾ ਖਿਆਲ ਹੈ ਕਿ ਹੋ ਸਕਦਾ ਕਿ ਉਹ ਐਕਸਪ੍ਰੈਸ ਜਿਹੜਾ ਬਣਾਉਣਾ ਪਏਗਾ ਉਹ ਨਾਨ ਐਗਜ਼ਿਸਟ ਵੀ ਹੋ ਸਕਦਾ ਹੈ, ਕਿ ਐਗਜ਼ਿਸਟ ਉਹਦੇ 3-4 ਹੀ ਹੋਣ, ਇਸ ਤੋਂ ਵੱਧ ਨਾ ਹੋਣ। ਨਹੀਂ ਹੋਣਗੇ ਤਾਂ ਇਦਾਂ ਹੀ। ਧਾਲੀਵਾਲ ਸਾਹਿਬ, ਉਹ ਪਟਿਆਲੇ ਵੀ ਆ ਕੇ ਮਤਲਬ ਕਿ ਤੁਸੀਂ ਉਤਰ ਸਕਦੇ ਹੋ, ਤੁਸੀਂ ਲੁਧਿਆਣੇ ਵੀ ਉਤਰ ਸਕਦੇ ਹੋ। ਮੰਨ ਲਓ ਇਹਦਾ ਮਤਲਬ ਸੁਲਤਾਨਪੁਰ ਲੋਧੀ ਵੀ ਤੁਸੀਂ ਉਤਰਨਾ, ਉਹ ਸਾਰੇ ਥਾਵਾਂ ਤੇ ਉਤਰਨਾ ਜਿਹੜੇ ਤੁਸੀਂ ਕਹਿ ਰਹੇ ਹੋ, ਜੋੜ ਰਹੇ ਹਾਂ ਅਸੀਂ। ਤੇ ਪਰ ਵੱਡੇ ਨਗਰ ਤਾਂ ਜੁੜਨਗੇ ਨਾ, ਜੁੜਨਗੇ ਬਿਲਕੁਲ। ਤੇ ਉਹ ਮੈਂ ਕਹਿੰਦਾ ਕਿ ਫ੍ਰੀ ਹੋਣਾ ਚਾਹੀਦਾ, ਇਹ ਤੇ ਕੋਈ ਪੈਸਾ ਨਹੀਂ ਲੱਗਣਾ ਚਾਹੀਦਾ। ਗਵਰਨਮੈਂਟ ਆਫ ਇੰਡੀਆ ਨੂੰ ਇਸ ਬਾਰੇ ਸੋਚਣਾ ਚਾਹੀਦਾ। ਐਸੇ ਬੜੀ ਇੱਕ ਸਮਾਂ ਹੈਗਾ, ਰਾਈਟ ਸਮਾਂ ਹੈਗਾ, ਪੰਜਾਬ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਜਿਹੜਾ ਫ੍ਰੀ ਹੋਵੇ। ਹਾਲਾਂਕਿ ਕੱਲ੍ਹ ਅਮਰਿੰਦਰ ਸਿੰਘ ਨੇ ਹਾਲੇ ਕਿਹਾ ਹੈ ਕਿ ਹਾਲੇ ਇੱਕ ਸਾਡੀ ਮੀਟਿੰਗ ਸੈਂਟਰ ਨਾਲ ਹੋਰ ਹੋਣੀ ਹੈ, ਅਸੀਂ ਉੱਥੇ ਜਾਣਾ ਹੈ, ਉਹ ਜ਼ਮੀਨ ਦੀ ਡਿਜ਼ਾਈਨ ਰਿਕੁਆਇਰ ਕਰਨੀ ਹੋਣੀ ਹੈ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ਾਂ ਕਰਨੀਆਂ ਹੋਣੀਆਂ, ਉਹਨਾਂ ਬਾਰੇ ਵੀ ਹਾਲੇ ਬਹੁਤ ਸਾਰਾ ਕੁਝ ਮਤਲਬ ਹਲੇ ਬਿਆਨਤਬੰਦੀ ਹੋਣੀ ਹੈਗੀ। ਕਿਉਂਕਿ ਹੁਣ ਰੂਟ ਚੇਂਜ ਹੋ ਗਿਆ, ਹੁਣ ਅਲਾਈਨਮੈਂਟ ਚੇਂਜ ਹੋ ਗਈ। ਰੂਟ ਚੇਂਜ ਹੋਣ ਦੇ ਨਾਲ ਜ਼ਮੀਨਾਂ ਅਕਵਾਇਰ ਕਰਨ ਵਾਲਾ ਮਾਮਲਾ ਵੀ ਬਦਲਣਾ ਥੋੜਾ ਬਹੁਤ, ਮੈਨੂੰ ਲੱਗਦਾ ਉਹ ਮਾਮਲਾ ਵੀ ਰੌਲਾ ਪਏਗਾ। ਦੇਖੋ ਇਹ ਤੇ ਰੌਲਾ ਵੀ ਪਏਗਾ, ਇਹਨਾਂ ਦੀ ਪਹਿਲਾਂ ਕਹਿ ਲੀਆਂ। ਇਹਨਾਂ ਤੇ ਰੌਲਾ ਪੈ ਗਿਆ। ਇੱਕ ਅਲਾਈਨਮੈਂਟ ਪਹਿਲਾਂ ਫਾਈਨਲ ਹੋਈ ਸੀ, ਹੁਣ ਉਹ ਅਲਾਈਨਮੈਂਟ ਚੇਂਜ ਹੋਏਗੀ। ਉਹ ਅਲਾਈਨਮੈਂਟ ਚੇਂਜ ਹੋਣ ਦੇ ਨਾਲ ਕਿਹੜੀ ਜ਼ਮੀਨ ਨਵੇਂ ਨੋਟੀਫਿਕੇਸ਼ਨ ਹੋਏਗਾ, ਨਵੇਂ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਕੀ ਹੁੰਦਾ ਕਿ ਫਿਰ ਉਹਦੀ ਵੈਲਿਊ ਤੈਅ ਹੋਏਗੀ ਜ਼ਮੀਨ ਦੀ, ਬਜਟ ਵੀ ਹਿੱਲੇਗਾ, ਬਜਟ ਵੀ ਹਿੱਲੇਗਾ। ਤਾਂ ਇਹ ਕਾਫੀ ਕੁਝ ਹੋਣਾ ਹੈ। ਫਿਰ ਕੇਂਦਰ ਸਰਕਾਰ ਕਹਿ ਸਕਦੀ ਹੈ ਕਿ ਜੇ ਤੁਸੀਂ ਭਾਈ ਸਾਨੂੰ ਲੈਂਡ ਫਰੀ ਕਰ ਲੈ ਕੇ ਦਿਓ, ਇਹ ਵੀ ਹੋ ਸਕਦਾ। ਸੂਬਾ ਆਪ ਲੈ ਕੇ ਦੇਵੇ, ਸੂਬਾ ਆਪ ਲੈ ਕੇ ਦੇਵੇ। ਜੇ ਤੁਸੀਂ ਹੁਣ ਸਾਨੂੰ ਚਾਹੁੰਦੇ ਹੋ ਵੀ ਅਸੀਂ ਇੱਥੋਂ ਦੀ ਥੋੜੇ ਹਿਸਾਬ ਨਾਲ ਬਣਾਈਏ, ਤਾਂ ਸਾਨੂੰ ਕੀ ਤੁਸੀਂ ਲੈਂਡ ਵੀ ਫਰੀ ਦੇ। ਹਾਲੇ ਬਹੁਤ ਸਾਰੀਆਂ ਸ਼ਰਤਾਂ ਤੈਅ ਹੋਣਗੀਆਂ ਜਿਹਨੇ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਸਪਸ਼ਟ ਹੋਣਗੀਆਂ। ਪਰ ਜਿਹੜੀ ਪੰਜਾਬ ਦੀ ਸਿਆਸਤ ਦਾ ਅਸੀਂ ਢੰਗ ਦੇਖਦੇ ਹਾਂ ਹੁਣ ਤੱਕ, ਉਹ ਪਹਿਲਾਂ ਤਾਂ ਕੇਂਦਰ ਤੋਂ ਮੈਂ ਮਨਜ਼ੂਰ ਕਰਾਇਆ, ਇਸ ਗੱਲ ਦੀ ਲੜਾਈ ਸੀ। ਫਿਰ ਜਦੋਂ ਪਤਾ ਲੱਗਿਆ ਅੰਮ੍ਰਿਤਸਰ ਹੈ ਨਹੀਂਗਾ, ਫਿਰ ਅਸੀਂ ਤਾਂ ਕਰਵਾਵਾਂਗੇ ਵਿੱਚ, ਅਸੀਂ ਬਾਹਰ ਨਹੀਂ ਕਰਾਇਆ ਫਿਰ ਇਸ ਗੱਲ ਨੂੰ ਲੈ ਕੇ। ਤੇ ਹੁਣ ਫਿਰ ਇੱਕ ਵਾਰ ਦੁਬਾਰਾ, ਜਿਵੇਂ ਤੁਸੀਂ ਕੱਲ੍ਹ ਕਿਹਾ ਕਿ ਬੀਬੀ ਪਹਿਲਾਂ ਨਕਸ਼ਾ ਪਾਉਂਦੀ ਹੈ, ਪੰਜਾਬ ਸਰਕਾਰ ਜਦ ਆਪਣਾ ਪ੍ਰੈਸ ਨੋਟ ਭੇਜਦੀ ਆ, ਇਹ ਕ੍ਰੈਡਿਟ ਬਾਰ, ਕੀ ਇਹ 2022 ਤੱਕ ਕ੍ਰੈਡਿਟ ਬਾਰ ਦਾ ਇੱਕ ਰੂਪਰੇਖਾ ਕਿ ਹਾਂ ਜੀ ਅਸੀਂ ਕਰਵਾ ਕੇ ਲਿਆ ਰਹੇ ਹਾਂ? ਦੇਖੋ ਇਹ ਬਿਲਕੁਲ ਯਕੀਨ ਹੈ, ਇਹ ਕ੍ਰੈਡਿਟ ਬਾਰ ਵਾਸਤੇ ਤੁਹਾਨੂੰ ਪਤਾ ਵੀ ਹਰੇਕ ਮਾੜੀ ਸਾਡਾ ਜਿਹੜਾ ਪੰਜਾਬ ਦਾ ਸਿਆਸਤਦਾਨ ਹੈ, ਉਹ ਛੋਟੀ ਗੱਲ ਵਾਸਤੇ ਵੀ ਲੜਦਾ ਹੈ। ਸਾਰੀ ਗੱਲ ਵੋਟ ਨਾਲ ਜੋੜ ਕੇ ਦੇਖੋ। ਜੇ ਕਿਤੇ ਪੁਲੀ ਬਣਾ ਦੇਣਾ ਇੱਕ
ਐਮਐਲਏ ਪੁਲੀ ਬਣਾ ਦੇ, ਹਾਂ। ਉਹ ਪੁਲੀ ਦੇ ਗੀਤ ਗਾਈ ਜਾਂਦਾ ਕਿ ਜਿਵੇਂ ਪੁਲੀ ਬਣਾਤੀ ਇੱਥੇ ਦੇਖੋ ਜੀ, ਮੈਂ ਸਕੂਲ 'ਚ ਇੱਕ ਕਮਰਾ ਬਣਵਾਤਾ, ਮੈਂ ਫਰਸ਼ ਲਵਾਤਾ, ਮੈਂ ਆਹ ਕਰਤਾ, ਮੈਂ ਟੂਟੀਆਂ ਲਵਾਤੀਆਂ ਪਿੰਡ ਵਿੱਚ। ਹਾਲਾਂਕਿ ਅੱਜ ਦੇ ਯੁੱਗ ਵਿੱਚ ਇਹ ਬਹੁਤ ਛੋਟੀਆਂ ਗੱਲਾਂ, ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਬਿਲਕੁਲ, ਇਹਦਾ ਕੋਈ ਜੇ ਤੁਸੀਂ ਹਾਈਵੇ ਬਣ ਵੀ ਰਿਹਾ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਂਦਰ ਫ੍ਰੀ ਬਣਾ ਰਿਹਾ ਹੈ। ਦੇਖੋ ਜੀ, ਇੱਕ ਆਪਾਂ ਕਹਿ ਲਈਏ ਵੀ ਕੇਂਦਰ ਫ੍ਰੀ ਬਣਾ ਰਿਹਾ, ਉਹ ਪੈਸੇ ਲਏਗਾ, ਜਨਤਾ ਦੇ ਟੈਕਸ ਲਏਗਾ, ਬਾਕੀ ਸਾਰਾ ਪੈਸਾ ਹੀ ਕੇਂਦਰ ਕੋਲ ਜਾ ਰਿਹਾ। ਇਸ ਵੇਲੇ ਰਾਜਾਂ ਕੋਲੇ ਬਹੁਤ ਘੱਟ ਅਧਿਕਾਰ ਹੈਗਾ ਟੈਕਸ ਕਰਨਾ। GST ਆਉਣ ਤੋਂ ਬਾਅਦ ਸਾਰੇ ਦਾ ਸਾਰਾ ਪੈਸਾ ਕੇਂਦਰ ਕੋਲ ਜਾ ਰਿਹਾ, ਤੋਂ ਸਾਰਾ ਉਹ ਜਿਹਨੂੰ ਕਹਿੰਦੇ ਵੀ ਸਟੇਟਾਂ ਦੀ ਜਾਨ ਉਹਦੀ ਮੁੱਠੀ 'ਚ ਆ ਗਈ ਹੈ। ਸੋ ਇਸ ਕਰਕੇ ਕੋਈ ਫ੍ਰੀ ਨਹੀਂ ਕੰਮ ਕਰ ਰਹੇ। ਮਤਲਬ ਚਾਹੀਦਾ ਕੇਂਦਰ ਨੂੰ, ਸਰਕਾਰ ਨੂੰ ਇਹ ਹੈਗਾ ਕਿ ਕਹਿੰਦੇ ਆ ਵੀ ਇਹ ਫ੍ਰੀ ਹਾਈਵੇ ਬਣੇ ਜੀ, ਇਹਨੂੰ ਇੱਥੇ ਕੋਈ ਟੈਕਸ ਨਾ ਲਾਇਆ ਜਾਵੇ, ਇੱਥੇ ਕੋਈ ਟੋਲ ਨਾ ਲਿਆ ਜਾਵੇ, ਲੋਕਾਂ ਦੀ ਆਸਥਾ ਜਿਹੜੀ ਜੁੜੀ ਹੋਈ ਹੈ ਉਹਦਾ ਸਨਮਾਨ ਕੀਤਾ ਜਾਵੇ, ਉਹਦਾ ਆਦਰ ਕੀਤਾ ਜਾਵੇ, ਉਹਦਾ ਸਤਿਕਾਰ ਕੀਤਾ ਜਾਵੇ। ਤੇ ਥੋੜਾ ਜਿਹਾ ਧਾਲੀਵਾਲ ਸਾਹਿਬ ਜਾਂਦੇ ਜਾਂਦੇ ਅਮਰੀਕਾ ਵੀ ਘੁੰਮੇ ਆਈਏ। ਟਰੰਪ ਸਾਹਿਬ ਦਾ ਭੋਰੇ 'ਚ ਵੜਨਾ, ਉਹ ਮੁਲਕ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਕਹਿਲਾਉਂਦਾ, ਉਸ ਦਾ ਵਾਈਟ ਹਾਊਸ ਵੀ ਜੇ ਸੁਰੱਖਿਅਤ ਨਹੀਂ ਹੈ, ਤੇ ਜਿੱਥੇ ਦਾ ਰਾਸ਼ਟਰਪਤੀ ਇਹ ਗੱਲ ਕਹਿੰਦਾ ਹੋਵੇ ਕਿ ਹਾਂ ਜੇ ਤੁਸੀਂ ਬੋਲੋਗੇ ਤਾਂ ਮੈਨੂੰ ਗੋਲੀ ਚਲਾਉਣੀ ਆਉਂਦੀ ਆ, ਮੈਨੂੰ ਫੌਜ ਲਾਉਣੀ ਆਉਂਦੀ ਆ, ਕਿ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਸਾਰਾ ਕੁਝ? ਦੇਖੋ ਇਹਦੇ ਜਿਹੜੀ ਇਹ USA ਵਿੱਚ ਚੱਲ ਰਿਹਾ ਸਾਰਾ ਕੁਝ ਨਾ, ਇਹਦੇ ਜਿਹੜੇ ਪ੍ਰਭਾਵ ਉਹ ਅੰਤਰਰਾਸ਼ਟਰੀ ਪੱਧਰ ਤੇ ਪੈ ਰਹੇ ਨੇ, ਕਈ ਤਰ੍ਹਾਂ ਦੇ ਪ੍ਰਭਾਵ ਪੈ ਰਹੇ ਨੇ। ਇੱਕ ਤਾਂ ਜੋ ਟਰੰਪ ਦਾ ਜਲੂਸ ਨਿਕਲ ਰਿਹਾ ਹੈ ਉਹਦੀ ਕੋਈ ਸੀਮਾ ਨਹੀਂ ਹੈ। ਬਿਲਕੁਲ, ਹਾਲਾਂਕਿ ਇੱਕ ਬੰਦਾ ਬੜਾ ਢੀਠ ਹੈ, ਉਹ ਬੇਸ਼ਰਮ ਵੀ ਹੈ, ਬੇਸ਼ਰਮਾ ਢੀਠ ਬੜਾ ਹੈ, ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਉਹ ਆਪਣੀ ਤੂੰਬੀ ਲੈ ਕੇ ਲੱਗੇ ਹੀ ਰਹਿੰਦਾ ਆਪਣਾ ਸਾਥ ਵਜਾਉਣ। ਉਹਦੀ ਇੰਨੀ ਬੇਇੱਜ਼ਤੀ ਹੋਈ ਆ ਪਿਛਲੇ ਦਿਨਾਂ ਵਿੱਚ। ਇੱਕ ਪੁਲਿਸ ਅਫਸਰ ਨੇ ਤਾਂ ਇੱਥੋਂ ਤੱਕ ਕਹਿਤਾ, ਹਾਊਸਟਨ ਦੇ ਮੇਰਾ ਖਿਆਲ, ਹਾਊਸਟਨ ਦਾ ਪੁਲਿਸ ਚੀਫ ਹੈਗਾ, ਉਹਨੇ ਕਹਿਦਾ ਵੀ ਇਹ ਤਾਂ ਬੰਦਾ ਜੇ ਨਾ ਬੋਲੇ ਤਾਂ ਹੀ ਦੇਸ਼ ਦਾ ਭਲਾ ਹੈ। ਜਦੋਂ ਕਹਿੰਦਾ ਵੀ ਇਹ ਬੋਲਦਾ ਹੈ ਕੋਈ ਨਾ ਕੋਈ ਨਵਾਂ ਪੰਗਾ ਪਾਉਂਦਾ, ਅਸੀਂ ਨਹੀਂ ਚਾਹੁੰਦੇ ਕਿ ਜਿਸ ਤਰ੍ਹਾਂ ਇਹ ਬੋਲਦਾ ਹੈ ਉਹ ਸਾਡੀ ਸਥਿਤੀ ਜਾਂ ਦੇਸ਼ ਦੀ ਸਥਿਤੀ ਨੂੰ ਹੋਰ ਖਰਾਬ ਕਰੇ। ਜੇ ਕੋਈ ਸਿਚੁਏਸ਼ਨ ਠੀਕ ਹੋਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ, ਇਹ ਕਹਿੰਦਾ ਨਵਾਂ ਬੋਲ ਕੇ ਕੋਈ ਨਾ ਕੋਈ ਨਵਾਂ ਜਬਰ ਕੱਢਦਾ। ਇਕੱਲੇ ਉਹਨੇ ਨਹੀਂ ਕਿਹਾ, ਹੋਰ ਬਹੁਤ ਸਾਰੇ ਪੋਲੀਟੀਕਲ ਬੰਦਿਆਂ ਨੇ ਕਿਹਾ ਹੈ। ਪਿਛਲੇ 4-5 ਦਿਨਾਂ ਤੋਂ ਜੋ ਉਹਦੇ ਬਿਆਨ ਆ ਰਹੇ ਨੇ, ਉਹਨਾਂ ਨਾਲ ਜਿਹੜੀ ਉੱਥੇ ਦੀ ਸਿਚੁਏਸ਼ਨ ਹੈ ਖਰਾਬ ਹੋਈ ਹੈ। ਇੱਕ ਫਰਜ਼ ਕਰੋ ਵੀ ਕਹਿੰਦਾ ਲਾ ਐਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਹੈ, ਉਹ ਕਹਿੰਦਾ ਵੀ ਜਿਹੜਾ ਬੰਦਾ ਮਾਰਿਆ ਉਹ ਲਾ ਐਂਡ ਆਰਡਰ ਨਹੀਂ, ਜਿਹੜਾ ਪੁਲਿਸ ਨੇ ਬੰਦਾ ਮਾਰਿਆ, 4 ਬੰਦਿਆਂ ਨੇ ਫਲਾਂ ਢਾ ਲਿਆ ਉਹਨੂੰ, ਇੱਕ ਬੰਦੇ ਨੇ ਗੋਡਾ ਧਰ ਲਿਆ, ਉਹ ਲਾ ਐਂਡ ਆਰਡਰ ਨਹੀਂ। ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਹੁਣ, ਉਹ ਲਾ ਐਂਡ ਆਰਡਰ ਬਾਰੇ ਉਹਨਾਂ ਨੂੰ ਕੋਈ ਜਵਾਬ ਦੇ ਨਹੀਂ ਸਰਕਾਰ, ਕਿਉਂ ਪ੍ਰੋਟੈਸਟ ਕਰ ਰਹੇ ਨੇ? ਲੱਖਾਂ ਲੋਕ ਸੜਕ ਤੇ ਕਿਉਂ ਆਏ, ਇਹਦੀ ਜਵਾਬਦੇਹੀ ਨਹੀਂ ਸਰਕਾਰ, ਕੋਈ ਸਰਕਾਰ ਦੀ ਜਵਾਬਦੇਹੀ ਨਹੀਂ। ਪਾਗਲ ਥੋੜਾ ਨੇ ਉਹ ਪਾਗਲ ਥੋੜੀ ਨੇ। ਬਿਲਕੁਲ। ਦੂਜੀ ਗੱਲ ਇਹ ਹੈ ਕਿ ਇੱਕ ਸਾਡੇ ਇੰਡੀਆ 'ਚ ਫਾਰੇ ਕੋਲ ਇੱਕ ਪੁਲਿਸ ਅਫਸਰ, IPS ਅਫਸਰ, ਇੱਕ MLA ਨੂੰ ਕੁਐਸਚਨ ਕਰ ਲੇ, ਜਾਂ ਇੱਕ ਕੇਂਦਰ ਮੰਤਰੀ ਨੂੰ ਕੁਐਸਚਨ ਕਰ ਲੇ, ਜਾਂ ਮੰਤਰੀ ਦੀ ਗੱਲ ਮੋੜ ਦੇ, ਉਹ ਮੰਤਰੀ ਬਹੁਤ ਵੱਡਾ ਇਸ਼ੂ ਬਣਾ ਕੇ ਬਹਿ ਜਾਂਦੇ। ਬਿਲਕੁਲ, ਉਹਨੂੰ ਮਤਲਬ ਉਹਦਾ ਗਲਾ ਘੁੱਟਣ ਤੱਕ ਜਾਂਦੇ ਨੇ। ਤੇ ਪਰ ਉੱਥੇ ਤੁਸੀਂ ਦੇਖੋ ਅਮਰੀਕਾ ਦੀ ਖੂਬਸੂਰਤੀ ਵੀ ਦੇਖੋ, ਜਿੱਥੇ ਅਮਰੀਕਾ 'ਚ ਰੇਸ਼ਲਿਜ਼ਮ ਹੈਗਾ, ਜਿੱਥੇ ਸਾਰਾ ਕੁਝ ਹੈਗਾ, ਉਹਦੇ ਨਾਲ ਤੇ ਖੂਬਸੂਰਤੀ ਵੀ ਦੇਖੋ। ਲੋਕਾਂ ਨੂੰ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਦੇਖੋ। ਪੁਲਿਸ ਇੱਕ ਹਾਊਸਟਨ ਇੱਕ ਸਿਟੀ ਦਾ ਪੁਲਿਸ ਚੀਫ ਕਹਿ ਰਿਹਾ ਹੈ ਕਿ ਸਾਡਾ ਚੁੱਪ ਰਹੇ ਤਾਂ ਇਹਦੇ ਨਾਲ ਦੇਸ਼ ਦਾ ਭਲਾ ਹੋਏ। ਦੂਜੀ ਗੱਲ ਇਹ ਹੈ ਕਿ 1943 ਵਿੱਚ ਵੀ ਨਿਊਯਾਰਕ 'ਚ ਸ਼ਹਿਰ ਜਿਹੜਾ ਸਭ ਤੋਂ ਵੱਡਾ ਸ਼ਹਿਰ ਜਿੱਥੇ ਕਾਫੀ ਜ਼ਿਆਦਾ ਆਏ ਪ੍ਰਭਾਵ ਹੈ, 1943 'ਚ ਲੱਗਿਆ ਸੀ। ਇਹ ਤੋਂ ਪਹਿਲਾਂ ਕਰਫਿਊ, ਠੀਕ ਹੈ, ਮਤਲਬ ਕਿੰਨੇ ਲਾ ਲਓ 77 ਸਾਲ ਜਾਂ ਦੇ ਆਸ-ਪਾਸ ਹੋ ਗਏ ਕਿ ਉਦੋਂ ਬਾਅਦ ਕਰਫਿਊ ਲੱਗਿਆ ਹੁਣ ਜੀ ਉੱਥੇ। ਉਦੋਂ ਵੀ 1943 ਚ ਵੀ ਇੱਕ ਇਹ ਹੋਇਆ ਸੀਗਾ ਕਿ ਇੱਕ ਪੁਲਿਸ ਕਾਂਸਟੇਬਲ ਨੇ ਇੱਕ ਬਲੈਕ ਜਿਹੜਾ ਬੰਦਾ, ਜਿਹਨੂੰ ਬਲੈਕ ਆਪਾਂ ਤਾਂ ਕਹਿੰਦੇ, ਮੈਂ ਨਹੀਂ ਕਹਿਣਾ ਚਾਹੁੰਦਾ ਕਿ ਬਲੈਕ, ਸਾਡੇ ਲਈ ਤਾਂ ਅਸੀਂ ਤਾਂ ਕਹਿੰਦੇ ਜੋ ਸਾਰੇ ਇੱਕੋ ਜਿਹੇ ਬੰਦੇ ਨੇ, ਪਰ ਉਹਨਾਂ ਦੀ ਪਰਿਭਾਸ਼ਾ ਜੇ ਦੱਸਣਾ, ਪਰਿਭਾਸ਼ਾ ਜੇ ਆਪਾਂ ਕਹੀਏ ਕਿ ਕਲਰ ਲੋਕ ਨੇ, ਕਲਰ ਲੋਕ ਵੀ ਕਹਿੰਦੇ ਨੇ ਉਹ। ਉਦੋਂ ਕਹਿੰਦਾ ਉਹਨੇ ਪੁਲਿਸ ਅਫਸਰ ਨੇ ਇੱਕ ਫੌਜੀ ਜਵਾਨ ਜਿਹੜਾ ਸੀ ਕਲਰ ਵਾਲਾ, ਰੰਗ ਵਾਲਾ, ਉਹਨੂੰ ਮਾਰਤਾ ਸੀਗਾ। ਉਦੋਂ ਵੀ ਉੱਥੇ ਏਡੇ ਵੱਡੇ ਦੰਗੇ ਹੋਏ ਸੀ 43 ਵਿੱਚ। ਉਸ ਤੋਂ ਬਾਅਦ ਨਿਊਯਾਰਕ 'ਚ ਹੁਣ ਲੱਗੇ। ਇਹਦਾ ਮਤਲਬ ਦੇਖ ਲਓ ਵੀ ਸਥਿਤੀ ਦੀ ਗੰਭੀਰ ਕਿੰਨੀ ਹੈਗੀ। ਜਿੰਨੇ ਵੀ ਉੱਥੇ ਵੱਡੇ ਸ਼ਹਿਰ ਨੇ, ਸ਼ਿਕਾਗੋ ਲਾ ਲਓ, ਨਿਊਯਾਰਕ ਲਾ ਲਓ, ਸੀਐਟਲ ਲਾ ਲਓ, ਹੋਰ ਲਾ ਲਓ, ਉਹਨਾਂ ਸਾਰਿਆਂ 'ਚ ਜਲੂਸ ਨਿਕਲ ਰਹੇ। ਬਿਲਕੁਲ। ਤੇ ਵਧੀਆ ਖੂਬਸੂਰਤ ਗੱਲ ਇਹ ਹੈ ਕਿ ਇਸ ਵੇਲੇ ਗੋਰੇ ਲੋਕ ਵੀ ਉਸ ਸਮਰਥਨ ਨਾਲ, ਉਹ ਕਹਿੰਦੇ ਕਿ ਸਾਹ ਲੈਣ ਦਾ ਹੱਕ ਉਹਨਾਂ ਨੂੰ ਵੀ, ਹਾਂ, ਗੋਰੇ ਲੋਕ ਅੱਗੇ ਆ ਕੇ ਮਤਲਬ ਆ ਰਹੇ ਨੇ। ਜੇ ਤੁਸੀਂ ਜਾਓ ਵੀ ਜਿੰਨੇ ਜ਼ੁਲਮ ਇਹਨਾਂ ਲੋਕਾਂ ਨੇ ਕੀਤੇ ਨੇ ਜੀ, ਇਹ ਜਿਹੜੇ ਅਮਰੀਕਨ ਹੈਗੇ ਨੇ, ਜਿਹੜੇ ਉੱਥੇ ਅਸਲੀ ਮੂਲ ਵਾਸੀ ਸੀ, ਉਹਨਾਂ ਤੇ ਨੇ ਬੜੇ ਜ਼ੁਲਮ ਕੀਤੇ। ਇਸ ਤਰ੍ਹਾਂ ਆਸਟ੍ਰੇਲੀਆ 'ਚ ਵੀ ਹੋਇਆ, ਜਿਹੜੇ ਉੱਥੇ ਮੂਲ ਵਾਸੀ ਸੀ ਉਹਨਾਂ ਦੇ ਬੜੇ ਜ਼ੁਲਮ ਹੋਏ ਨੇ। ਹੋਰ ਦੇਸ਼ਾਂ ਵਿੱਚ ਹੋਇਆ। ਟਰੰਪ ਦੀਆਂ ਚੋਣਾਂ ਨੂੰ ਕਿਵੇਂ ਦੇਖਦੇ ਹੋ ਕਿ ਕੀ ਇਹਦੇ ਪਰ ਚੋਣ ਤੇ ਅਸਰ ਪਏਗਾ ਆਉਣ ਵਾਲੇ ਦਿਨਾਂ 'ਚ? ਰਾਸ਼ਟਰਪਤੀ ਚੋਣ ਬਿਲਕੁਲ ਪਏਗਾ, ਅਸਰ ਪਏਗਾ, ਪਰ
ਜਿਹੜਾ ਟਰੰਪ ਆ ਉਹ ਬੜਾ ਚੁਸਤ ਬੰਦਾ ਹੈ ਜੀ ਪਹਿਲਾਂ ਉਹ ਚੀਨ ਨੂੰ ਆਪਣੀ ਸਾਰੀ ਜਿਹੜੀ ਇਲੈਕਸ਼ਨ ਕੈਂਪੇਨ ਚ ਉਹਦਾ ਹਿੱਸਾ ਬਣਾ ਰਿਹਾ ਸੀ ਜੀ ਉਹ ਚੀਨ ਦੇ ਖਿਲਾਫ ਰੋਜ਼ ਨਾ ਕੋਈ ਬਿਆਨ ਦਿੰਦਾ ਸੀਗਾ ਚੀਨ ਨੇ ਸਾਨੂੰ ਬਰਬਾਦ ਕਰਤਾ ਚੀਨ ਦੇ ਖਿਲਾਫ ਆਪਣੀ ਸਾਰੀ ਸਿਆਸਤ ਘੁਮਾ ਰਿਹਾ ਸੀ ਜਿਵੇਂ ਅਸੀਂ ਸਾਡੀ ਸਿਆਸਤ ਪਾਕਿਸਤਾਨ ਦੇ ਆਲੇ ਘੁੰਮਦੀ ਹੈਗੀ ਇਸ ਤਰ੍ਹਾਂ ਚੀਨ ਨੂੰ ਬਣਾ ਰਿਹਾ ਸੀ ਭਾਰਤ ਦੀ ਵੀ ਸਪੋਰਟ ਹੋਰਾਂ ਦੀ ਵੀ ਸਪੋਰਟ ਕਰ ਰਿਹਾ ਸੀ ਚੀਨ ਦੇ ਖਿਲਾਫ ਕੋ ਬੋਲੋ ਕਹਿ ਰਿਹਾ ਸੀਗਾ ਪਰ ਹੁਣ ਉਹਨੇ ਨਾ ਵਾਈਟ ਪ੍ਰਾਊਡ ਹਾਂ ਇੱਕ ਤਰ੍ਹਾਂ ਨਾਲ ਜਗਾਉਣਾ ਉਹ ਫਿਰ ਉਸੇ ਤਰ੍ਹਾਂ ਦੀ ਲੜਾਈ ਤੇ ਹਾਂ ਉਹਨੇ ਕਹਿਣਾ ਕਿ ਕਲਰ ਲੋਕ ਨੇ ਹਾਂ ਇਹਨਾਂ ਨੇ ਦੁਕਾਨਾਂ ਸਾੜੀਆਂ ਇਹਨਾਂ ਨੇ ਮਕਾਨ ਸਾੜੇ ਨੇ ਇਹਨਾਂ ਨੇ ਪ੍ਰਾਪਰਟੀ ਸਾੜੀ ਹੈ ਇਹਨਾਂ ਨੇ ਜਾਇਦਾਦਾਂ ਸਾੜੀਆਂ ਉਹ ਮੇਰੇ ਹੋ ਸਕਦਾ ਹੈ ਕਿ ਟਰੰਪ ਨੂੰ ਇਹ ਗੱਲ ਪੋਲਿਟਿਕਸ ਟੇਢੇ ਢੰਗ ਨਾਲ ਸੂਟ ਵੀ ਕਰ ਸਕਦੀ ਹੈ ਅੱਛਾ ਜੀ ਪਰ ਇਹ ਹੈ ਕਿ ਇੱਕ ਗੱਲ ਜਿਹੜੀ ਖੂਬਸੂਰਤ ਮੈਨੂੰ ਗੱਲ ਲੱਗੀ ਉੱਥੇ ਨੌਜਵਾਨ ਇਸ ਸਟੂਡੈਂਟ ਵੱਡੀ ਗਿਣਤੀ ਵਿੱਚ ਸ਼ਾਮਲ ਹੈ ਜੇ ਸਟੂਡੈਂਟ ਤਬਕਾ ਇਹ ਸਾਰਾ ਭਾਈਚਾਰਾ ਜਿਹੜਾ ਗੋਰੇ ਰੰਗ ਦੇ ਕਲਰ ਵਾਈਟ ਲੋਕ ਹੈਗੇ ਨੇ ਜੇ ਕਿਤੇ ਉਹ ਟਰੰਪ ਦੇ ਖਿਲਾਫ ਹੋ ਜਾਂਦੇ ਫਿਰ ਟਰੰਪ ਅਗਲੀ ਇਲੈਕਸ਼ਨ ਨਹੀਂ ਜਿੱਤੇਗਾ ਜਿੰਨੇ ਉਹਦਾ ਮੁੱਖ ਵਿਰੋਧੀ ਹੈਗਾ ਬਿਡਨ ਹੈਗਾ ਜੋ ਬਿਡਨ ਉਹ ਬਿਡਨ ਬੜੇ ਅੱਛੇ ਬਿਆਨ ਦੇ ਰਿਹਾ ਹਾਂ ਉਹ ਬਹੁਤ ਵਧੀਆ ਉਹ ਬੜੇ ਸੁਲਝੇ ਹੋਏ ਬਿਆਨ ਦੇ ਰਿਹਾ ਬੜੇ ਅੱਛੇ ਬਿਆਨ ਦੇ ਰਿਹਾ ਉਹ ਕਹਿੰਦਾ ਵੀ ਪੁਲਿਸ ਨੂੰ ਵੀ ਜ਼ਾਬਤੇ 'ਚ ਰੱਖਣਾ ਆਪਾਂ ਕਿਵੇਂ ਉਹਦੇ ਬਾਰੇ ਵੀ ਕਾਨੂੰਨ ਬਦਲਣੇ ਚਾਹੀਦੇ ਨੇ ਉਹਦੇ ਬਾਰੇ ਵੀ ਸਿਸਟਮ ਬਣਨਾ ਚਾਹੀਦਾ ਹੈ ਕਿਤੇ ਕਿ ਕਾਨੂੰਨ ਇੱਕ ਹੱਦ ਤੋਂ ਅੱਗੇ ਜਾ ਕੇ ਜਿਹੜੀ ਪੁਲਿਸ ਹੈਗੀ ਉਹ ਨਾ ਜਾਵੇ ਦੂਜਾ ਇੱਕ ਹੋਰ ਗੱਲ ਹੋ ਰਹੀ ਹੈ ਜਿਹੜੀ ਕਿ ਥੋੜਾ ਟਾਈਮ ਤਾਂ ਹੋਣ ਵਾਲਾ ਹੈ ਪਰ ਆਪਾਂ 1 ਸੈਕਿੰਡ ਦੀ ਮਤਲਬ 1-2 ਸੈਕਿੰਡ ਜੀ ਖਤਮ ਕਰਨ ਲੱਗਿਆ ਕਿ ਉੱਥੇ ਇੱਕ ਹੋ ਰਿਹਾ ਵੀ ਛੋਟੇ ਜੁਰਮਾਂ ਵਿੱਚ ਪੁਲਿਸ ਨੂੰ ਬੁਲਾਏ ਨਾ ਜਾਵੇ ਉੱਥੇ ਕਰਦੇ ਨੇ ਜੇ ਫਰਜ਼ ਕਰੋ ਕੋਈ ਵੀ ਜੁਰਮ ਹੋਇਆ 911 ਦੇ ਕਾਲ ਕਰੋ ਨਾਲ ਦੀ ਨਾਲ ਪੁਲਿਸ ਆ ਜਾਂਦੀ ਹੈ 2 ਮਿੰਟ 'ਚ ਇੱਥੇ ਇਹ ਹੋਇਆ ਜਿਹੜਾ ਬੰਦਾ ਮਾਰਿਆ ਗਿਆ ਫਲੋਇਡ ਇਹਦੇ ਵੀ ਇਹ ਹੋਇਆ ਜੋ ਗਿਆ ਉਹੀ ਕਰੰਸੀ ਦੇ ਰਿਹਾ ਸੀ ਉਹਨੇ ਦੁਕਾਨਦਾਰ ਨੇ ਕਹਿੰਦਾ ਵੀ ਜਾਲੀ ਹੈ ਉਹਨੇ 911 ਤੇ ਫੋਨ ਕੀਤਾ ਪੁਲਿਸ ਆ ਗਈ ਉਹਨੂੰ ਫੜ ਕੇ ਨਾਲ ਦੀ ਨਾਲ ਥੋੜੇ ਚਿਰ 'ਚ 9-10 ਮਿੰਟਾਂ 'ਚ ਘਟਨਾ ਵਾਪਰ ਗਈ ਸਾਰੀ ਪਰ ਹੁਣ ਉੱਥੇ ਜੋ ਇਸੇ 'ਚ ਡਿਸਕਸ਼ਨ ਚੱਲ ਰਹੀ ਹੈ ਕਿ ਛੋਟੇ ਜੁਰਮਾਂ ਵਿੱਚ ਜਿਹੜੇ ਨਿੱਕੇ ਜੁਰਮ ਹੈ ਇਹਨਾਂ ਪਿੱਛੇ ਪੁਲਿਸ ਨੂੰ ਸੱਦਿਆ ਨਾ ਜਾਵੇ ਇਹ ਕੰਮ ਹੋਰਾਂ ਨੂੰ ਦਿੱਤਾ ਜਾਵੇ ਇਹ ਪੁਲਿਸ ਦਾ ਕੰਮ ਹੀ ਨਾ ਹੋਵੇ ਇਹ ਵੀ ਉੱਥੇ ਚੱਲ ਰਿਹਾ ਬਿਲਕੁਲ ਚਲੋ ਪਰ ਇੱਕ ਗੱਲ ਇਹ ਸਾਰੇ ਮਸਲੇ 'ਚੋਂ ਨਿਕਲ ਕੇ ਜ਼ਰੂਰ ਆਉਂਦੀ ਆ ਕਿ ਉੱਥੇ ਹੁਣ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ 'ਚ ਨੌਜਵਾਨ ਵੀ ਸ਼ਾਮਲ ਨੇ ਉਹਨਾਂ ਦੇ ਵਿੱਚ ਆਮ ਨਾਗਰਿਕ ਵੀ ਸ਼ਾਮਲ ਨੇ ਉਹਦੇ ਵਿੱਚ ਕਾਲੇ ਤੇ ਗੋਰੇ ਦਾ ਵੀ ਭੇਦ ਖਤਮ ਹੋ ਰਿਹਾ ਸਾਰੇ ਲੋਕ ਸਾਹਮਣੇ ਨਿਕਲ ਕੇ ਤੇ ਇੱਕੋ ਸਵਾਲ ਕਹਿੰਦੇ ਕਿ ਸਾਹ ਲੈਣ ਦਾ ਅਧਿਕਾਰ ਕਾਲਿਆਂ ਨੂੰ ਵੀ ਹੈ ਇਹ ਕਹਿ ਕੇ ਜਿਹੜਾ ਨਾਅਰਾ ਦਿੱਤਾ ਜਾ ਰਿਹਾ ਸੋ ਇਹੀ ਸਵਾਲ ਭਾਰਤ ਦੀ ਸਰਕਾਰ ਤੋਂ ਵੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇੱਥੇ ਮਜ਼ਦੂਰਾਂ ਨੂੰ ਰੋਟੀ ਖਾਣ ਦਾ ਤੇ ਘਰ ਜਾਣ ਦਾ ਹੱਕ ਨਹੀਂ ਹੈ ਕਿ ਉਹਨਾਂ ਕੋਲੇ ਹੱਕ ਕਿਉਂ ਨਹੀਂ ਬਾਕੀਆਂ ਲਈ ਜਹਾਜ਼ ਤੇ ਏਸੀ ਰੇਲ ਗੱਡੀਆਂ ਤੇ ਇਹਨਾਂ ਲਈ ਰੇਲਾਂ ਦਾ ਵੀ ਸਧਾਰਨ ਰੇਲ ਗੱਡੀਆਂ ਦੇ ਵਿੱਚ ਤੱਕ ਪ੍ਰਬੰਧ ਨਹੀਂ ਸੋ ਇਸ ਮਸਲੇ ਤੇ ਵੀ ਕਿ ਇਹ ਤੁਲਨਾ ਦੇ ਮੁਕਾਬਲੇ 'ਚ ਅਸੀਂ ਪੁੱਛੀਏ ਕਿ ਭਾਰਤ ਦੇ ਹਰ ਨਾਗਰਿਕ ਨੂੰ ਰੋਟੀ ਦਾ ਤੇ ਘਰ ਦਾ ਅਧਿਕਾਰ ਨਹੀਂ ਹੈ ਇਸ ਦਾ ਜਵਾਬ ਕਰਜ਼ੇ ਨਹੀਂ ਹੁੰਦਾ ਜਨਾਬ ਸੋ ਭਾਰਤੀ ਸਰਕਾਰਾਂ ਜਿਸ ਢੰਗ ਦੀਆਂ ਰਾਜਨੀਤੀ ਕਰਦੀਆਂ ਨੇ ਉਹੀ ਜਿਹੀਆਂ ਰਾਜਨੀਤੀ ਅਸੀਂ ਪੰਜਾਬ 'ਚ ਵੀ ਦੇਖ ਰਹੇ ਹਾਂ ਕਿ ਐਕਸਪ੍ਰੈਸ ਵੇ ਨੂੰ ਲੈ ਕੇ ਸੋ ਸਾਰੇ ਮਸਲੇ ਦੇ ਧਾਲੀਵਾਲ ਸਾਹਿਬ ਨੇ ਕਈ ਪਰਤਾਂ ਫਰੋਲੀਆਂ ਤੇ ਜਿੱਥੋਂ ਤੱਕ ਸਵਾਲ ਲਿਆ ਕੇ ਛੱਡਿਆ ਕਿ ਜੇਕਰ ਤੁਸੀਂ ਧਾਰਮਿਕ ਨਗਰੀਆਂ ਨੂੰ ਜੋੜਨ ਦੀ ਗੱਲ ਕਰਦੇ ਹੋ ਤਾਂ ਘੱਟੋ ਘੱਟ ਇਸ ਨੂੰ ਮੁਫਤ ਤਾਂ ਰੱਖੋ ਇਸ 'ਚ ਸ਼ਰਧਾ ਦਾ ਨਜ਼ਰ ਆਵੇ ਕਿ ਹਾਂ ਇਹ ਸ਼ਰਧਾ ਦੇ ਲਈ ਬਣਾਇਆ ਗਿਆ ਸ਼ਰਧਾਲੂਆਂ ਦੇ ਲਈ ਬਣਾਇਆ ਗਿਆ ਹਾਈਵੇ ਨਾ ਕਿ ਇਹਦੇ ਨਾਲ ਵੀ ਜੇਬ ਤੇ ਕੈਂਚੀ ਚਲੇ ਲੋਕਾਂ ਦੀ ਜੇਬ ਵੱਡੀ ਜਾਵੇ ਸੋ ਫਿਰ ਪਰਤਾਂਗੇ ਚਰਚਾ ਦੇ ਪ੍ਰੋਗਰਾਮ 'ਚ ਨਵੇਂ ਮਹਿਮਾਨਾਂ ਨਾਲ ਨਵੇਂ ਵਿਸ਼ਿਆਂ ਨਾਲ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV ਹਰ ਕਦਮ ਤੁਹਾਡੇ ਨਾਲ